ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦਾ ਖਾਸ ਪ੍ਰੋਗਰਾਮ ਸਿੱਧੇ ਸਵਾਲ ਦੇਖ ਰਹੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਤੇ ਮੇਰੇ ਨਾਲ ਅੱਜ ਇੱਕ ਬੜੇ ਹੀ ਅਹਿਮ ਮਸਲੇ ਤੇ ਗੱਲਬਾਤ ਕਰਨ ਦੇ ਲਈ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਮੌਜੂਦ ਨੇ। ਧਾਲੀਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ। ਬੜੀ ਮਿਹਰਬਾਨੀ ਜੀ, ਸ਼ੁਕਰੀਆ ਤੁਹਾਡਾ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਧਾਲੀਵਾਲ ਸਾਹਿਬ, ਸਾਡੇ ਦੇਸ਼ ਦੇ ਵਿੱਚ ਅਲੱਗ-ਅਲੱਗ ਸੱਭਿਅਤਾਵਾਂ ਨੇ, ਹਰ ਇੱਕ ਧਰਮ ਦੇ ਨਾਲ ਸੰਬੰਧਿਤ, ਹਰ ਇੱਕ ਉਹ ਕਹਿ ਸਕਦੇ ਆਪਾਂ ਸਮਾਜ ਨਾਲ ਸੰਬੰਧਿਤ ਸਾਡੇ ਇੱਥੇ ਭਾਈਚਾਰਕ ਏਕਾ ਤੇ ਲੋਕ ਵਸਦੇ ਨੇ। ਜੋ ਇਹ ਸਿਆਸਤਾਂ ਨੇ ਇਹ ਆਪਣੇ ਮੁਫਾਦ ਲਈ ਦੇਸ਼ ਨੂੰ, ਸੂਬਿਆਂ ਨੂੰ ਵੰਡਣਾ ਚਾਹੁੰਦੀਆਂ ਨੇ, ਭਾਈਚਾਰਕ ਸਾਂਝ ਤੋੜਨਾ ਚਾਹੁੰਦੀਆਂ ਨੇ। ਜੇਕਰ ਗੱਲ ਕਰੀਏ ਕੇਂਦਰ ਦੇ ਵਿੱਚ ਰਾਜ ਕਰ ਰਹੀ ਹਕੂਮਤ ਬੀਜੇਪੀ ਦੀ, ਤੇ ਬੀਜੇਪੀ ਦੇ ਪਿੱਛੇ ਚਟਾਨ ਵਾਂਗ ਖੜੀ ਹੋਈ ਇੱਕ ਜਥੇਬੰਦੀ RSS ਦੀ, ਇਹ ਲਗਾਤਾਰ ਇਹਨਾਂ ਦੇ ਮਨਸੂਬੇ ਨੇ ਕਿ ਇਸ ਦੇਸ਼ ਨੂੰ, ਜੋ ਘੁੱਗ ਵਸਦਾ ਦੇਸ਼ ਹੈ, ਇਸ ਦੇਸ਼ ਨੂੰ ਹਿੰਦੂਤਵ ਵੱਲ ਅਸੀਂ ਲੈ ਕੇ ਜਾਈਏ। ਅਸੀਂ ਏਜੰਡਾ ਇਹ ਸਿਆਸੀ ਆਪਣਾ ਇਸ 'ਤੇ ਖੇਡਣਾ ਚਾਹੁੰਦੇ ਨੇ। ਹਾਲਾਂਕਿ ਸ਼ਿਵ ਸੈਨਾ ਪਹਿਲਾਂ ਇਹਨਾਂ ਦੀ ਹਾਂ 'ਚ ਹਾਂ ਮਿਲਾਉਂਦੀ ਸੀ, ਹੁਣ ਵੀ ਖੈਰ ਹਾਂ 'ਚ ਹਾਂ ਮਿਲਾਉਂਦੀ ਹੈ, ਪਰ ਹੁਣ ਜਦੋਂ ਤੋਂ ਤੋੜ ਵਿਛੜਾ ਹੋਇਆ ਇਹਨਾਂ ਦਾ ਬੀਜੇਪੀ ਨਾਲ, ਉਦੋਂ ਤੋਂ ਕਹਿੰਦੇ ਨੇ ਕਿ ਸਭ ਤੋਂ ਵੱਡਾ ਖਤਰਾ ਹਿੰਦੂਤਵ ਨੂੰ ਜੇ ਹੈ ਉਹ ਮੋਦੀ ਤੇ ਅਮਿਤ ਸ਼ਾਹ ਤੋਂ ਹੈ ਜੀ। ਜੇ ਇਹ ਹਿੰਦੂਤਵ ਦੇ ਰਾਹ ਦੇ ਵਿੱਚ ਰੋੜਾ ਨੇ, ਚਲੋ ਉਹ ਉਹਨਾਂ ਦੀ 100 ਆਪਸੀ ਹੋ ਸਕਦੀਆਂ ਨੇ, ਪਰ ਜਿਸ ਦੇਸ਼ ਦੇ ਵਿੱਚ, ਜਿਵੇਂ ਜ਼ਿਕਰ ਕੀਤਾ ਕਿ ਹਰ ਇੱਥੇ ਦਾ ਭਾਈਚਾਰਕ ਤੌਰ ਤੇ ਲੋਕ ਵਸਦੇ ਨੇ, ਅਲੱਗ-ਅਲੱਗ ਧਰਮਾਂ ਨਾਲ, ਸਮਾਜ ਨਾਲ ਸੰਬੰਧਿਤ ਲੋਕ ਵਸਦੇ ਨੇ, ਤਾਂ ਫਿਰ ਇੱਕ ਮਾਲਾ ਦੇ ਵਿੱਚ, ਇੱਕ ਸੂਈ ਦੇ ਵਿੱਚੋਂ ਸਾਰੇ ਦੇਸ਼ ਨੂੰ ਕਿਉਂ ਬੀਜੇਪੀ ਕੱਢਣਾ ਚਾਹੁੰਦੀ ਹੈ? ਦੇਖੋ, ਅਸਲ ਵਿੱਚ ਗੱਲ ਕੀ ਹੈ ਨਾ, ਜੇ ਆਪਾਂ ਇਹਦਾ ਪਿਛੋਕੜ ਵੀ ਦੇਖੀਏ, ਸਾਡਾ ਜਿਹੜਾ ਮੁਲਕ ਹੈ ਜਿਹਨੂੰ ਅਸੀਂ ਭਾਰਤ ਜਾਂ ਹਿੰਦੁਸਤਾਨ ਕਹਿੰਦੇ ਹਾਂ, ਜਗਰਾਫੀਕਲੀ ਇਹ ਇੱਕ ਮੁਲਕ ਹੈ ਤੇ ਜਗਰਾਫੀਕਲੀ ਵੀ ਕਿਸੇ ਇੱਕ ਪ੍ਰੈਸ਼ਰ 'ਚ ਇਹ ਇੱਕ ਬਣਿਆ ਹੈ। ਜੇ ਆਪਾਂ ਕਹੀਏ ਸ਼ੁਰੂ ਤੋਂ ਹਿੰਦੁਸਤਾਨ ਏਦਾਂ ਦਾ ਸੀਗਾ ਜਾਂ ਭਾਰਤ ਏਦਾਂ ਦਾ ਸੀਗਾ, ਨਹੀਂ ਸੀ ਸ਼ੁਰੂ ਤੋਂ। ਤਾਂ ਫਿਰ ਕਿਸੇ ਸਮੇਂ ਬ੍ਰਹਮਾ ਵੀ ਇਹਦੇ ਵਿੱਚ ਸੀ, ਪਾਕਿਸਤਾਨ ਵੀ ਇਹਦੇ ਵਿੱਚ ਸੀ, ਬੰਗਲਾਦੇਸ਼ ਇਹਦੇ ਵਿੱਚ ਸੀ। ਸੋ ਇਸ ਤਰ੍ਹਾਂ ਜਦੋਂ ਆਪਾਂ ਦੇਖਦੇ ਹਾਂ, ਸਿੱਕਮ, ਭੂਟਾਨ, ਇਹ ਕੰਟਰੀ ਵੀ ਸਾਡਾ ਹੀ ਕਦੇ ਪਾਰਟ, ਸਿੱਕਮ ਦਾ ਬਿਲਕੁਲ ਹੀ ਪਾਰਟ ਬਣ ਗਿਆ, ਭੂਟਾਨ ਹੁਣ ਨਹੀਂ ਹੈ। ਚਲੋ ਇਸ ਤਰ੍ਹਾਂ ਹੀ ਗੋਆ ਕਿਸੇ ਸਮੇਂ ਵੱਖ ਸੀ, ਪੁਰਤਗਾਲੀਆਂ ਦੇ ਅੰਡਰ ਵੀ ਸੀ, ਜਾਂ ਉਹਨਾਂ ਉਹ ਜਿਹੜਾ ਸੱਭਿਆਚਾਰ ਹੈ ਉਹਨਾਂ ਦਾ, ਉਹਦਾ ਹਾਲੇ ਵੀ ਫਰਾਂਸੀਸੀ ਪ੍ਰਭਾਵ ਹੈ, ਉਹ ਲੋਕ ਹੋਰ ਤਰ੍ਹਾਂ ਦੇ ਨੇ। ਸਾਡੇ ਮੁਲਕ ਦੇ ਵਿੱਚ ਹੋਇਆ ਕਿ ਜਦੋਂ ਅੰਗਰੇਜ਼ਾਂ ਦਾ ਸ਼ਾਸਨ ਸੀਗਾ, ਗੁਲਾਮ ਸੀ, ਉਹ ਗੁਲਾਮੀ ਦੇ ਵਿੱਚੋਂ ਇੱਕ ਲੋੜ ਉੱਭਰੀ। ਉਹ ਲੋੜ ਦੇ ਵਿੱਚੋਂ ਜਿਹੜੇ ਗੁਲਾਮੀ ਦਾ ਜੂੜਾ ਸਿੱਟਣਾ ਚਾਹੁੰਦੇ ਸੀ, ਗੁਲਾਮੀ ਤੋਂ ਬਾਹਰ ਨਿਕਲਣਾ ਚਾਹੁੰਦੇ ਸੀ, ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਅੰਗਰੇਜ਼ ਸਰਕਾਰ ਦੇ, ਅੰਗਰੇਜ਼ ਸਾਮਰਾਜ ਦੇ ਖਿਲਾਫ ਇੱਕ ਸੰਘਰਸ਼ ਸ਼ੁਰੂ ਕੀਤਾ। ਉਹ ਸੰਘਰਸ਼ ਦਾ ਰਿਜ਼ਲਟ ਇਹ ਆਇਆ ਕਿ ਸਾਡੀ ਯੂਨਿਟੀ ਹੋ ਗਈ ਜੀ। ਉਹ ਮੁੱਦੇ ਤੇ ਯੂਨਿਟੀ ਇਸ ਗੱਲ ਤੇ ਹੋਈ ਕਿ ਜਿਹੜੇ ਲੋਕ, ਜਿਹੜੇ ਖਿੱਤੇ ਅੰਗਰੇਜ਼ਾਂ ਦੇ ਖਿਲਾਫ, ਅੰਗਰੇਜ਼ਾਂ ਦੇ ਰਾਜ ਤੋਂ ਬਾਹਰ ਆ ਕੇ ਆਪਣਾ ਲੋਕਤੰਤਰ ਕਾਇਮ ਕਰਨਾ ਚਾਹੁੰਦੇ ਨੇ, ਉਹ ਇਕੱਠੇ ਹੋ ਕੇ ਆ ਗਏ। ਉਹਦੇ ਵਿੱਚ ਇੱਕ ਪੋਜੀਸ਼ਨ ਬਣ ਗਈ ਕਿ ਇੱਕ ਭਾਰਤ, ਹਿੰਦੁਸਤਾਨ ਜਿਹਦਾ ਨਾਂ ਕਹਿ ਲਓ, ਇੱਕ ਦੇਸ਼ ਬਣ ਗਿਆ। ਲੇਕਿਨ ਸਮੇਂ ਦੇ ਜਿਹੜੇ ਸਿਆਸੀ ਲੋਕ ਸੀ, ਉਹਨਾਂ ਨੂੰ ਇਹ ਲੱਗਿਆ, ਕਈ ਵਾਰੀ ਦੋਨਾਂ ਤੇ ਦੋਸ਼ ਲੱਗਦਾ ਹੈ, ਕਈ ਵਾਰੀ ਇੱਕ ਤੇ ਲੱਗਦਾ ਹੈ। ਇਹ ਸਾਰੀਆਂ ਗੱਲਾਂ ਨੇ ਜੱਜਮੈਂਟ ਦੀਆਂ। ਉਸ ਸਮੇਂ RSS ਨੇ ਮੁੱਢਲੇ ਲੈਵਲ ਤੇ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕੀਤੀ, ਨਾਰੇ ਲਾਏ। ਪਰੰਤੂ ਜਦੋਂ ਉਹਨਾਂ ਨੂੰ, ਇਹ ਜੱਜਮੈਂਟ ਦੀ ਗੱਲ ਹੈ, ਉਹਨਾਂ ਨੂੰ ਜੱਜ ਹੋਇਆ ਕਿ ਅਸੀਂ ਅੰਗਰੇਜ਼ਾਂ ਨੂੰ ਕੱਢ ਨਹੀਂ ਸਕਾਂਗੇ, ਤਾਂ ਉਹਨਾਂ ਦੇ ਵੱਡੇ ਲੀਡਰ ਮਾਫੀ ਮੰਗ ਕੇ ਆ ਗਏ ਤੇ ਉਹਨਾਂ ਨੇ ਇਹ ਮੰਨਿਆ ਕਿ ਹੁਣ ਅਸੀਂ ਅੰਗਰੇਜ਼ਾਂ ਦੀ ਸਪੋਰਟ ਕਰਦੇ ਹਾਂ। ਔਰ ਕਾਂਗਰਸ ਨੂੰ ਤਰ੍ਹਾਂ ਦੀਆਂ ਗੱਲਾਂ ਕਹੀਆਂ। ਮਤਲਬ ਮੈਂ ਇਹ ਵੀ ਸਪਸ਼ਟ ਕਰ ਦਿਆਂ ਕਿ ਉਹ ਅੱਜ ਦੀ ਕਾਂਗਰਸ ਨਹੀਂ ਸੀ। ਉਹ ਜਿਹੜੀ ਕਾਂਗਰਸ ਸੀ, ਉਹ ਦੇਸ਼ ਸੇਵਕ, ਦੇਸ਼ ਦੇ ਪੱਖ 'ਚ ਬੋਲਣ ਵਾਲੀ ਕਾਂਗਰਸ ਸੀ। ਇਸੇ ਕਰਕੇ ਉਹ ਲੋਕ ਇੱਕ ਝੰਡੇ ਥੱਲੇ ਯੂਨਾਈਟ ਹੋ ਗਏ। ਮੈਂ ਅੱਜ ਵੀ ਦੇਖ ਰਿਹਾ ਸੀ ਕਿ 40ਵਿਆਂ ਦੇ ਵਿੱਚ ਇੱਕ ਕਾਰਟੂਨ ਛਪਦਾ ਹੈ। ਉਹ ਕਾਰਟੂਨ ਛਪਦਾ ਹੈ ਉਸ ਪੱਤਰਿਕਾ ਜਿਹੜੀ ਦਾ ਕਰਤਾ ਧਰਤਾ ਗੋਂਡਸੇ ਸੀ, ਜਿਹਨੇ ਮਹਾਤਮਾ ਗਾਂਧੀ ਨੂੰ ਮਾਰਿਆ। ਹਾਂਜੀ, ਉਸ ਸਮੇਂ 46 ਦੀ ਗੱਲ ਹੈ ਕਿਤੇ, ਉਸ ਸਮੇਂ ਮਹਾਤਮਾ ਗਾਂਧੀ ਦੇ ਬਰਾਬਰ 10 ਸਿਰ ਲਾਏ ਗਏ, ਜਿਹਦੇ ਵਿੱਚ ਸਰਦਾਰ ਪਟੇਲ ਦਾ ਸਿਰ ਵੀ ਸੀ, ਜਿਹਦੇ ਵਿੱਚ ਸੁਭਾਸ਼ ਦਾ ਸਿਰ ਵੀ ਸੀ, ਤੇ ਹੋਰ ਕਾਂਗਰਸੀ ਨੇਤਾਵਾਂ ਦੇ, ਮੌਲਾਨਾ ਜਿਹੜੇ ਸਾਡੇ ਪਹਿਲੇ ਮੰਤਰੀ ਸੀਗੇ, ਮੌਲਾਨਾ ਅਬਦੁਲ ਕਲਾਮ, ਉਹ ਐਜੂਕੇਸ਼ਨ ਮਿਨਿਸਟਰ ਸੀ ਪਹਿਲੇ ਸਾਡੇ, ਉਹਦਾ ਸਿਰ ਵੀ ਸੀ।
ਕਹਿਣ ਤੋਂ ਮੇਰਾ ਭਾਵ ਇਹ ਹੈ ਵੀ ਜਿੰਨੇ ਵੀ ਵੱਡੇ ਕਾਂਗਰਸੀ ਨੇਤਾ ਸੀ ਨਹਿਰੂ ਸਮੇਤ, ਇਹ ਸਮਝਿਆ ਗਿਆ ਕਿ ਇਹ 10 ਦੇ 10 ਲੋਕ ਹਿੰਦੂਆਂ ਦੇ ਖਿਲਾਫ ਨੇ, ਅਸਲੀ ਹਿੰਦੂ ਮਹਾਸਭਾ ਹੈ। ਅੱਛਾ ਜੀ। ਮਤਲਬ ਇਦਾਂ ਦੀਆਂ ਕਮਾਲ ਦੀਆਂ ਗੱਲਾਂ ਜਦੋਂ ਆਪਾਂ ਇਤਿਹਾਸ ਦੇਖਦੇ ਆ ਨਾ, ਬੜੀਆਂ ਕਮਾਲ ਦੀਆਂ ਗੱਲਾਂ, ਜਿਵੇਂ ਅੱਜ ਵਿਰੋਧ ਹੋ ਰਿਹਾ ਨਾ ਕਿ ਜਦੋਂ ਲੋਕੀ ਮੋਦੀ ਦਾ ਤੇ ਅਮਿਤ ਸ਼ਾਹ ਦਾ ਬੁੱਤ ਫੂਕਦੇ ਨੇ, ਅੱਜ ਕਈ ਲੋਕ ਇਹ ਨਾਰਾ ਲਾਉਂਦੇ ਨੇ ਕਿ ਜੀ ਇਹ ਹਿੰਦੂ ਧਰਮ ਦੇ ਖਿਲਾਫ ਹੈ। ਜੇ ਆਪਾਂ ਇਹਦੇ ਪਿੱਛੇ ਜਾਈਏ, ਪਹਿਲਾਂ ਵੀ ਏਦਾਂ ਹੁੰਦਾ ਰਿਹਾ, ਕਿਉਂਕਿ ਇਹ ਚੀਜ਼ਾਂ ਪ੍ਰਤੀਕ ਨੇ, ਸਿੰਬਲ ਨੇ। ਮਤਲਬ ਇੱਕ ਨੂੰ ਅਸੀਂ ਬਦੀ ਦਾ ਸਿੰਬਲ ਮੰਨਦੇ ਹਾਂ, ਦੂਜੇ ਨੂੰ ਅਸੀਂ ਨੇਕੀ ਦਾ ਸਿੰਬਲ ਮੰਨਦੇ ਹਾਂ। ਚਲੋ ਇਸ ਗੱਲ ਤੋਂ ਆਪਾਂ ਬਾਹਰ ਆਈਏ। ਇਹ ਹੋਇਆ ਕਿ ਉਸ ਸਮੇਂ ਦੀਆਂ ਸਿਆਸੀ ਪਾਰਟੀਆਂ ਸੀ ਜਿਹੜੀਆਂ ਮੁਸਲਿਮ ਲੀਗ ਤੇ ਕਾਂਗਰਸ, ਜਦੋਂ ਦੋਨਾਂ ਨੂੰ ਲੱਗਿਆ, ਦੇਖੋ ਫਿਰ ਮੈਂ ਕਹਿਣਾ ਕਿ ਜਦੋਂ ਆਪਾਂ ਦੇਸ਼ ਦੇ ਹਿੱਤ ਦੀ ਗੱਲ ਕਰੀ ਜਾਈਏ ਤਾਂ ਦੇਸ਼ ਦੇ ਹਿੱਤ ਪ੍ਰੋਟੈਕਟ ਕਰਨ ਲਈ ਸਾਨੂੰ ਕੋਈ ਨਾ ਕੋਈ ਸੰਸਥਾ ਖੜੀ ਕਰਨੀ ਪਊਗੀ। ਇੰਡੀਵਿਜੂਅਲੀ ਅਸੀਂ ਇਹ ਸਾਰਾ ਕੁਝ ਅਚੀਵ ਨਹੀਂ ਕਰ ਪਾਵਾਂਗੇ। ਉਹਦੇ ਵਿੱਚੋਂ ਕੋਈ ਨਾ ਕੋਈ ਸਿਆਸੀ ਪਾਰਟੀ ਨਿਕਲ ਆਈ। ਉਹ ਦੋ ਸਿਆਸੀ ਪਾਰਟੀਆਂ ਬਣ ਗਈਆਂ, ਇੱਕ ਬਣ ਗਈ ਮੁਸਲਿਮ ਲੀਗ, ਇੱਕ ਬਣ ਗਈ ਕਾਂਗਰਸ। ਕਿਹਾ ਇਹ ਜਾਂਦਾ ਹੈ ਕਿ ਕਾਂਗਰਸ ਚਾਹੁੰਦੀ ਸੀ ਕਿ ਸਾਡਾ ਰਾਜ ਰਹੇ, ਮੁਸਲਿਮ ਲੀਗ ਚਾਹੁੰਦੀ ਸੀ ਕਿ ਸਾਡਾ ਰਹੇ। ਲੇਕਿਨ ਉਹਦੇ ਵਿੱਚੋਂ ਮੁਸਲਿਮ ਲੀਗ ਨੇ ਤੇ ਹਿੰਦੂ ਮਹਾਸਭਾ ਨੇ ਇੱਕ ਨਵਾਂ ਪਾੜਾ ਪਾਤਾ। ਕਈ ਵਾਰੀ ਅਸੀਂ ਕਹਿੰਦੇ ਕਿ ਅੰਗਰੇਜ਼ਾਂ ਦੀ ਚਾਲ ਸੀ, ਕਈ ਵਾਰੀ ਅਸੀਂ ਕਹਿੰਦੇ ਕਿ ਅੰਗਰੇਜ਼ਾਂ ਦੀ ਚਾਲ ਵੀ ਸੀ, ਲੇਕਿਨ ਜਿਹੜੇ ਇੱਥੋਂ ਦੀਆਂ ਸਿਆਸੀ ਧਿਰਾਂ ਸੀ ਉਹਨਾਂ ਦੇ ਮਫਾਦ ਵੀ ਸੀ, ਉਹਨਾਂ ਦੇ ਇੰਟਰਸਟ ਵੀ ਸੀ ਕਿ ਰਾਜ ਭਾਗ ਸਾਡੇ ਇੱਥੇ ਆਵੇ। ਚਲੋ ਉਹਦਾ ਅਲਟਰਨੇਟਿਵ ਇਹ ਨਿਕਲਿਆ ਕਿ ਮੁਸਲਿਮ ਲੀਗ ਨੂੰ ਇੱਕ ਵੱਖਰਾ ਖਿੱਤਾ ਦੇ ਦਿੱਤਾ ਗਿਆ। ਇੱਕ ਖਿੱਤਾ ਜਿਹੜਾ ਉਹ ਹਿੰਦੂਆਂ ਨੂੰ ਜਾਂ ਹਿੰਦੂ ਰਾਸ਼ਟਰ ਨਹੀਂ ਬਣਿਆ, ਉਹ ਇੱਕ ਸੈਕੂਲਰ ਦੇਸ਼ ਬਣ ਗਿਆ ਕਿ ਇੱਥੇ ਹਰ ਤਰ੍ਹਾਂ ਦੇ ਲੋਕ ਰਹਿ ਸਕਣਗੇ। ਦੁਬਾਰਾ ਫਿਰ ਮੈਂ ਕਹਿਣਾ ਕਿ ਹੁਣ ਅਸੀਂ ਕਹਿੰਦੇ ਹਾਂ ਕਿ ਜੀ ਇੱਥੇ ਬਾਬਰ ਨੇ ਆ ਕੇ ਹਮਲਾ ਕੀਤਾ, ਬਾਬਰੀ ਮਸਜਿਦ ਨੂੰ ਇਸ ਕਰਕੇ ਢਾਇਆ ਗਿਆ, ਇਸ ਕਰਕੇ ਇੱਥੇ ਜਿਹੜੇ ਇੱਕ ਹੋਰ ਸੱਭਿਅਤਾ ਦੇ ਲੋਕ, ਹੋਰ ਜਾਤੀ ਧਰਮ ਦੇ ਲੋਕ ਆ ਕੇ ਵਸ ਗਏ, ਜਿਨ੍ਹਾਂ ਨੂੰ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਇਹ ਇਹਨਾਂ ਦਾ ਅਸਲ ਮੁਲਕ ਨਹੀਂ ਹੈ, ਇਹਨਾਂ ਨੂੰ ਬਾਹਰ ਕੱਢੋ। ਪਰ ਜੇ ਇਤਿਹਾਸ ਦੇ ਪਿਛੋਕੜ 'ਚ ਜਾਈਏ ਤਾਂ ਇਹ ਵੀ ਪੜ੍ਹਿਆ ਕਿ ਜਿਹੜੇ ਆਰੀਆ ਸੀ ਉਹ ਬਾਹਰੋਂ ਆਏ ਸੀ, ਉਹ ਇੱਥੇ ਹਮਲਾਵਰ ਆਏ ਸੀ। ਅਸਲ ਲੋਕ ਜਿਹੜੇ ਹਿੰਦੁਸਤਾਨ ਦੇ ਵਾਸੀ ਸੀ ਉਹ ਦਰਾਵੜੀਅਨ ਸੀ, ਉਹ ਇੱਥੋਂ ਧੱਕ ਕੇ ਸਾਊਥ 'ਚ ਭੇਜਤੇ। ਹੁਣ ਵੀ ਅਸੀਂ ਕਹਿੰਦੇ ਕਿ ਸਾਊਥ 'ਚ ਦਰਾਵੜੀਅਨ ਨੇ ਜਾਂ ਲੰਕਾ 'ਚ ਦਰਾਵੜੀਅਨ ਲੋਕ ਨੇ। ਫਿਰ ਤੇ ਜੇ ਅਸੀਂ ਇਹ ਹਿਸਾਬ ਕਿਤਾਬ ਕਰਦੇ ਰਵਾਂਗੇ, ਫਿਰ ਕਦੇ ਉਹ ਕਹਿਣਗੇ ਵੀ ਉਰੇ ਤੁਸੀਂ ਵੀ ਹਮਲਾਵਰ ਆਏ ਸੀ, ਤੁਸੀਂ ਵੀ ਛੱਡ ਕੇ ਜਾਓ ਉਹਨੂੰ, ਜਿਹੜਾ ਕੁਝ ਤੁਸੀਂ ਕੀਤਾ ਇਹ ਵੀ ਗਲਤ ਕੀਤਾ ਹੈ। ਸੋ ਇਸ ਕਰਕੇ ਅਸਲ 'ਚ ਪਰਪਸ ਜਿਹੜਾ ਹੁੰਦਾ ਹੈ, ਪਰਪਸ ਤਾਂ ਇਹ ਹੁੰਦਾ ਹੈ ਕਿ ਅਸੀਂ ਜਿੱਥੇ ਹਾਂ, ਜਿਵੇਂ ਹਾਂ, ਉਹਨਾਂ ਹਾਲਾਤਾਂ 'ਚ ਵਧੀਆ ਤੋਂ ਵਧੀਆ ਹਾਲਾਤ ਕ੍ਰੀਏਟ ਕਰੀਏ ਜਿਹਦੇ ਵਿੱਚ ਸਾਰੇ ਲੋਕ ਖੁਸ਼ ਰਹਿਣ, ਸੁਖੀ ਰਹਿਣ। ਪਰੰਤੂ ਅਸੀਂ ਆਪਣੀ ਦਲੀਲ ਨੂੰ ਵੱਡੀ ਕਰਨ ਲਈ, ਆਪਦੇ ਹੱਕ 'ਚ ਭੁਗਤਾਉਣ ਲਈ ਤਰ੍ਹਾਂ ਤਰ੍ਹਾਂ ਦੇ ਨਾਅਰੇ ਵਰਤਦੇ ਹਾਂ। ਕਾਂਗਰਸ ਨੇ ਇੱਕ ਨਾਅਰਾ ਲਾਇਆ ਕਿ ਉਹ ਸੈਕੂਲਰ ਹੈ, ਹਾਲਾਂਕਿ ਮੈਂ ਇਹ 'ਚ ਕਿਤੇ ਸੰਕੋਚ ਨਹੀਂ ਕਰਦਾ ਕਹਿਣ 'ਚ, ਉਹ ਵੀ ਪੂਰੀ ਤਰ੍ਹਾਂ ਸੈਕੂਲਰ ਨਹੀਂ ਹੈ। ਉਹ ਕਹਿੰਦੇ ਨੇ ਕਿ ਅਸੀਂ ਸੈਕੂਲਰ ਆ, ਪਰ ਕਹਿਣ ਨਾਲ ਕੋਈ ਸੈਕੂਲਰ ਨਹੀਂ ਹੁੰਦਾ। ਹੁਣ ਬੀਜੇਪੀ ਵੀ ਕਹਿ ਰਹੀ ਹੈ ਅਸੀਂ ਸੈਕੂਲਰ ਆ, ਪਰ ਉਹ ਸਾਡੇ ਸਾਹਮਣੇ ਹੈ। ਗੱਲ ਉਹ ਵੀ ਇਹ ਕਰਦੇ ਨੇ ਕਿ ਹਿੰਦੂ ਰਾਸ਼ਟਰ, ਹਿੰਦੂ ਰਾਸ਼ਟਰ। ਅੱਛਾ, ਜਦੋਂ ਅਸੀਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਹਿੰਦੂ ਧਰਮ ਹੈ ਉਹਦੀ ਜਿਹੜੀ ਪਰਿਭਾਸ਼ਾ ਹੈ ਉਹ ਲੱਭਣੀ ਬੜੀ ਔਖੀ ਹੈ। ਉਹ ਸਭ ਨੂੰ ਹਿੰਦੂ ਮੰਨਦੇ ਨੇ। ਉਹ ਕਹਿੰਦੇ ਜਿਹੜਾ ਇੱਥੇ ਮੁਸਲਿਮ ਹੈ ਉਹ ਵੀ ਹਿੰਦੂ ਹੈ, ਉਹਨੂੰ ਵੀ ਰਾਮ ਰਾਮ ਕਹਿਣਾ ਚਾਹੀਦਾ ਹੈ। ਸਿੱਖ ਹੈ ਜਿਹੜਾ ਉਹ ਵੀ ਹਿੰਦੂ ਹੈ, ਬੋਧੀ ਵੀ ਹਿੰਦੂ ਹੈ। ਤੇ ਹਿੰਦੂਆਂ ਦੇ ਆਪ ਦੇ ਵਿੱਚ ਬਹੁਤ ਸਾਰੇ ਕਲਟ ਨੇ, ਉਹਨਾਂ 'ਚੋਂ ਕੋਈ ਸਮਝ ਨਹੀਂ ਲੱਗਦੀ ਵੀ ਇਹਨਾਂ 'ਚੋਂ ਕਿਹੜਾ ਹਿੰਦੂ ਠੀਕ ਹੈ, ਕਿਹੜਾ ਹਿੰਦੂ ਗਲਤ ਹੈ। ਕਿਤੇ ਕਿਤੇ ਹਿੰਦੂ ਧਰਮ ਦੇ ਵਿੱਚ ਇੰਨੀਆਂ ਭਿੰਨਤਾਵਾਂ ਨੇ, ਔਰ ਸਾਡੇ ਮੁਲਕ ਦੀ ਸਭ ਤੋਂ ਵਧੀਆ ਖੂਬਸੂਰਤੀ ਦੁਨੀਆ 'ਚ ਜੇ ਇਹ ਹੈ, ਉਹ ਇਹੀ ਹੈ ਕਿ ਇੱਥੇ ਭਿੰਨਤਾਵਾਂ ਬਹੁਤ ਨੇ। ਪਰ ਉਹ ਭਿੰਨਤਾਵਾਂ ਦੇ ਵਿੱਚੋਂ ਵੱਖ-ਵੱਖ ਸਿਆਸੀ ਪਾਰਟੀਆਂ, ਭਾਰਤੀ ਜਨਤਾ ਪਾਰਟੀ ਨਰੋਲ ਇੱਕ ਪ੍ਰੋਗਰਾਮ ਦੇ ਸਾਹਮਣੇ ਆਈ ਹੈ। ਜੇ ਮੈਂ ਕਹਾਂ ਬਾਕੀ ਪਾਰਟੀਆਂ ਨਹੀਂ ਕਰਦੀਆਂ, ਇਹ ਵੀ ਗਲਤ ਹੈ। ਉਹ ਵੀ ਸਾਰੀਆਂ ਇਸ ਤਰ੍ਹਾਂ ਦੇ ਚੋਲੇ ਥੱਲੇ, ਇਸ ਤਰ੍ਹਾਂ ਦੇ ਪਰਦੇ ਥੱਲੇ ਕਾਫੀ ਕੁਛ ਉਹ ਵੀ ਐਂ ਕਰਦੀਆਂ ਨੇ, ਲਗਭਗ ਜਿੱਦਾਂ ਦੇ ਕਰਦੇ। ਏਜੰਡਾ ਕਲੀਅਰ ਹੈ, ਸਾਰਿਆਂ ਦਾ ਏਜੰਡਾ ਹੈ ਤਾਕਤ ਲੈਣਾ। ਉਹ ਤਾਕਤ ਲੈਣ ਲਈ ਟਵਿਸਟ ਦੇਣਾ ਹੈ, ਲੋਕਾਂ ਨੂੰ ਅਪੀਲ ਕਰਨ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਵੰਡ ਦਿਓ। ਕੱਲ ਪਰਸੋਂ ਹੀ ਮੈਂ ਪੜ੍ਹ ਰਿਹਾ ਸੀ, ਸਿੱਖ ਧਰਮ ਇਹ ਕਹਿੰਦਾ ਵੀ ਸਾਡੇ 'ਚ ਕੋਈ ਜਾਤ ਬਰਾਦਰੀ ਨਹੀਂ ਹੈ,
ਪਰ SGPC ਦੀਆਂ ਚੋਣਾਂ 'ਚ ਵੀ ਰਿਜ਼ਰਵੇਸ਼ਨ ਹੈ, ਉੱਥੇ ਵੀ ਮਤਲਬ ਇੱਥੇ ਕੁਝ ਕੰਸਟੀਚੁਐਂਸੀ ਇੱਦਾਂ ਦੀਆਂ ਨੇ ਜਿੱਥੇ ਸਿਰਫ SC ਕੈਂਡੀਡੇਟ ਖੜਾ ਹੋ ਸਕਦਾ ਹੈ। ਫਿਰ ਅਸੀਂ ਇਹ ਕਿਵੇਂ ਮੰਨੀਏ ਵੀ ਸਿੱਖ ਧਰਮ ਦੇ ਵਿੱਚ ਮਤਲਬ ਜਾਤ ਪਾਤ ਨਹੀਂ ਹੈ। ਸੋ ਇੱਦਾਂ ਮੈਂ ਇਹਨੂੰ ਮੋਟੇ ਰੂਪ 'ਚ ਕਹਾਂ ਕਿ ਜਿਹੜਾ ਕੁਛ ਸਾਨੂੰ ਸੂਟ ਕਰਦਾ ਹੈ, ਜਿਵੇਂ ਜਿਵੇਂ ਸਾਨੂੰ ਵੋਟਾਂ 'ਚ ਤੋੜ ਭੰਨ ਕਰਕੇ, ਇਹਨੂੰ ਸੋਸ਼ਲ ਇੰਜੀਨੀਅਰਿੰਗ ਸ਼ਬਦ ਕਹਿੰਦੇ ਹਾਂ ਅਸੀਂ, ਉਹ ਸੋਸ਼ਲ ਇੰਜੀਨੀਅਰਿੰਗ 'ਚ ਇੱਦਾਂ ਕਰਦੇ ਆ ਕਿ ਕਿਹੜਾ ਸਮਾਜ ਇਕੱਠਾ ਕਰਕੇ ਉਹਦੇ ਲਈ ਇੱਕ ਕੱਲਾ ਨਾਰਾ ਦੇ ਕੇ ਉਹਨੂੰ ਇਕੱਠਾ ਕੀਤਾ ਜਾ ਸਕਦਾ ਹੈ। ਮਾਇਆਵਤੀ ਨੇ ਜਾਂ ਕਾਸ਼ੀ ਰਾਮ ਨੇ ਸੰਘਰਸ਼ ਵੀ ਕੀਤਾ, ਪਰੰਤੂ ਉਹਨੇ ਇੱਕ ਹੋਰ ਨਾਰਾ ਦੇਖੇ। ਪਹਿਲਾਂ ਉਹਨਾਂ ਦਾ ਨਾਰਾ ਸੀ DS4 ਜੀ, ਕਿ ਸਾਰੇ ਗਰੀਬ ਤਬਕੇ ਨੂੰ ਇਕੱਠਾ ਕਰਨਾ। ਫਿਰ ਉਹਨਾਂ ਨੇ ਇਕੱਲੇ ਦਲਿਤ ਭਾਈਚਾਰੇ ਨੂੰ ਇਕੱਠਾ ਕੀਤਾ। ਹੁਣ ਫਿਰ ਮਾਇਆਵਤੀ ਕਹਿ ਰਹੀ ਹੈ ਕਿ ਦਲਿਤ ਪਲੱਸ ਬ੍ਰਾਹਮਣ ਦੋਨਾਂ ਨੂੰ ਇਕੱਠੇ ਕਰ ਲਓ। ਹਾਲਾਂਕਿ ਦੋਨੇ ਆਪੋਜਿਟ ਧੁਰੇ ਨੇ, ਆਪੋਜਿਟ ਨੇ ਦੋਨੇ ਆਪੋਜਿਟ ਧੁਰੇ ਨੇ, ਇੱਕੋ ਰੌਡ ਦੇ। ਉਹ ਉਹਨਾਂ ਦਾ ਇਕੱਠਾ ਹੋਣਾ ਬਹੁਤ ਹੀ ਅਸੰਭਵ ਹੈ, ਪਰ ਕੋਸ਼ਿਸ਼ ਕਰਨ 'ਚ ਕੀ ਹਰਜ ਹੈ ਬਈ। ਅਗਲੇ ਨੂੰ ਜੇ ਉਸ ਤਰ੍ਹਾਂ ਸੱਤਾ ਮਿਲਦੀ ਹੈ, ਉਹ ਕਹਿੰਦੇ ਇਹ ਐਕਸਪੈਰੀਮੈਂਟ ਵੀ ਕਰ ਲਓ, ਜ਼ਿਕਰ ਲੱਗਦਾ ਉਹਨਾਂ ਨੂੰ। ਹਾਂ, ਇਸ ਕਰਕੇ BJP ਜਿਹਦੇ ਕੋਲੇ ਕਦੇ ਸਿਰਫ 2 ਸੀਟਾਂ ਸੀ ਤੇ ਅੱਜ ਉਹ 300 ਤੋਂ ਵੱਧ ਸੀਟਾਂ ਲਈ ਬੈਠੇ ਨੇ, 400 ਦੇ ਨੇੜੇ। ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡਾ ਜਿਹੜਾ ਹਿੰਦੂਤਵ ਦਾ ਨਾਰਾ ਸੀ, ਭਾਵੇਂ ਉਹਨੂੰ ਚਿਰ ਲੱਗਿਆ ਜੀ, ਪਰ ਉਹ ਕਾਮਯਾਬ ਰਿਹਾ। ਅਲਟੀਮੇਟਲੀ ਉਹਨੂੰ ਸੱਤਾ ਦੀ ਦਹਲੀਜ਼ ਤੇ ਦੇੜੀ ਤੇ ਪਹੁੰਚਾਤਾ, ਜਿੱਥੇ ਉਹਨਾਂ ਨੇ ਸੱਤਾ ਦਾ ਆਨੰਦ ਲਿਆ। ਪਰੰਤੂ ਸੰਕਟ ਇਹ ਹੈ ਵੀ ਜਿਹੜੀ ਚੀਜ਼ ਅਸੀਂ ਨਾਰਾ ਲਾ ਕੇ ਲੈਂਦੇ ਹਾਂ ਕਿ ਜਦੋਂ ਆਪਾਂ ਐਂ ਕਰ ਦਾਂਗੇ, ਉਸ ਤੋਂ ਬਾਅਦ ਇਹਦੇ ਆਹ ਰਿਜ਼ਲਟ ਆ ਜਾਣਗੇ। ਹੁਣ ਉੱਥੇ ਤੱਕ ਹਿੰਦੂ ਰਾਸ਼ਟਰ ਦਾ ਹੋ ਗਿਆ। ਈਵਨ ਖਾਲਿਸਤਾਨੀਆਂ ਨਾਲ ਮੇਰੀ ਬਹੁਤ ਬਹਿਸ ਹੁੰਦੀ ਰਹੀ ਹੈ ਸਟੂਡੈਂਟ ਲਾਈਫ 'ਚ। ਉਹਨਾਂ ਨੇ ਕਹਿਣਾ ਕਿ ਸਾਡਾ ਇੱਕੋ ਇੱਕ ਇਲਾਜ ਹੈ ਕਿ ਖਾਲਿਸਤਾਨ ਦੇਸ਼ ਬਣੇ। ਮੈਂ ਕਿਹਾ ਖਾਲਿਸਤਾਨ ਚਲੋ ਹਾਈਪੋਥੈਟਿਕਲੀ ਜੇ ਮੰਨ ਲਈਏ ਵੀ ਬਣ ਵੀ ਜਾਊਗਾ, ਕੀ ਮੈਨੂੰ ਦੱਸ ਸਕਦੇ ਹੋ ਤੁਸੀਂ ਵੀ ਫਿਰ ਤੁਹਾਡੀ ਇਕਨੋਮਿਕ ਪਾਲਿਸੀ ਕੀ ਹੋਊਗੀ, ਤੁਹਾਡੀ ਅੰਤਰਰਾਸ਼ਟਰੀ ਵਿਦੇਸ਼ ਨੀਤੀ ਕੀ ਹੋਊਗੀ, ਕਿਹਦੇ ਨਾਲ ਸੰਬੰਧ ਰੱਖਾਂਗੇ ਆਪਾਂ, ਤੁਹਾਡੀ ਇੰਡਸਟਰੀਅਲ ਪਾਲਿਸੀ ਕੀ ਹੋਊਗੀ। ਬੇਸਿਕਲੀ ਜਿਹੜੇ ਮੁਲਕ ਚੱਲਦੇ ਨੇ ਉਹ ਚੱਲਦੇ ਤਾਂ ਇਹਨਾਂ ਗੱਲਾਂ ਨਾਲ ਨੇ, ਪਰੰਤੂ ਰਾਜਨੀਤਿਕ ਪਾਰਟੀਆਂ ਕੀ ਸੋਚਦੀਆਂ ਨੇ ਕਿ ਪਹਿਲਾਂ ਸੱਤਾ ਤਾਂ ਲਓ, ਉਸ ਤੋਂ ਬਾਅਦ ਬਣਾਉਂਦੇ ਰਹਾਂਗੇ। ਜਿਹੜੇ ਪ੍ਰੋਗਰਾਮ ਬਣਨਗੇ ਤਾਂ ਠੀਕ ਹੈ, ਨਹੀਂ ਬਣਨਗੇ ਤਾਂ ਠੀਕ ਹੈ, ਉਹਨਾਂ 'ਚ ਸੱਤਾ ਦਾ ਆਨੰਦ ਤਾਂ ਲਓ। ਦੂਸਰਾ ਇਹਦੇ ਵਿੱਚ ਇਹ ਹੈ ਕਿ ਜਿਹੜਾ ਉਹ ਸੱਤਾ ਦਾ ਆਨੰਦ ਰਾਜਨੀਤਿਕ ਪਾਰਟੀਆਂ ਨੂੰ ਭਰਮ ਹੈ ਵੀ ਅਸੀਂ ਲੈ ਰਹੇ ਹਾਂ, ਤਾਂ ਉਹਨਾਂ ਦੇ ਪਿੱਛੇ ਇੱਕ ਹੋਰ, ਜਿਹਨੂੰ ਆਪਾਂ ਹੁਣ ਕਾਰਪੋਰੇਟ ਵਰਡ ਕਹਿ ਰਹੇ ਹਾਂ, ਜਾਂ ਕਿਸੇ ਸਮੇਂ ਇੰਡਸਟਰੀਅਲਾਈਜੇਸ਼ਨ ਜਾਂ ਇੰਡਸਟਰੀਅਲਿਸਟ ਕਹਿੰਦੇ ਸੀ, ਜਾਂ ਤੁਸੀਂ ਉਹਨੂੰ ਕੁਛ ਅਮੀਰ ਲੋਕ ਕਹਿ ਲਓ, ਉਹਨਾਂ ਦੇ ਆਪਦੇ ਇੰਟਰਸਟ ਨੇ। ਉਹ ਉਹਨਾਂ ਨੂੰ ਕਹਿੰਦੇ ਨੇ ਵੀ ਸੱਤਾ ਤੁਸੀਂ ਜਿਵੇਂ ਮਰਜ਼ੀ ਲਓ, ਇਹ ਹੈਗਾ ਤੁਹਾਡਾ ਕੰਮ, ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਤੇ ਉਹਦੇ ਬਦਲੇ 'ਚ ਆਹ ਨੀਤੀਆਂ ਏਦਾਂ ਲਾਗੂ ਕਰਾਵਾਂਗੇ, ਉਹਦਾ ਸਾਨੂੰ ਵੀ ਫਾਇਦਾ ਹੋਊ, ਤੁਹਾਨੂੰ ਵੀ ਫਾਇਦਾ ਹੋਊ। ਬਿਲਕੁਲ। ਸੋ ਇਸ ਪੱਖ 'ਚ ਜਾ ਕੇ ਜੇ ਆਪਾਂ ਦੇਖੀਏ, ਕਾਮਯਾਬ ਹੋ ਜਾਂਦੇ ਨੇ। ਅਕਾਲੀ ਦਲ ਵੀ ਕਾਮਯਾਬ ਰਿਹਾ ਸਿੱਖਾਂ ਦੀਆਂ ਮੋਬਿਲਾਈਜੇਸ਼ਨ, ਪੋਲਰਾਈਜੇਸ਼ਨ ਕਰਨ ਤੇ ਜਦੋਂ ਅਕਾਲੀ ਦਲ ਸਿੱਖਾਂ ਨੂੰ ਮੋਬਿਲਾਈਜ਼ ਕਰ ਲਿਆ, ਸਿੱਖ ਇਕੱਠੇ ਹੋ ਗਏ। ਪਰ ਜਿਹੜੀਆਂ ਇੱਕ ਵਾਰੀ ਤਾਂ ਭਰਮਾ ਲਿਆ ਕਿ ਆਪਾਂ ਸਿੱਖਾਂ ਸਾਰੇ ਇਕੱਠੇ ਹੋ ਜਾਓ, ਸਿੱਖ ਇਕੱਠੇ ਹੋ ਗਏ, ਪਰ ਰੋਜੀ ਰੋਟੀ ਤਾਂ ਸਿੱਖਾਂ ਨੂੰ ਵੀ ਚਾਹੀਦੀ ਹੈ ਨਾ। ਉਹ ਜਦੋਂ ਰੋਜੀ ਰੋਟੀ ਦਾ ਮਸਲਾ ਆਉਂਦਾ ਹੈ, ਉਹ ਇੱਕ ਧਰਮ ਚੋਂ ਨਿਕਲਦਾ ਨਹੀਂ। ਉਹਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਨੀਤੀਆਂ, ਆਰਥਿਕ ਨੀਤੀਆਂ ਬਣਾਉਣੀਆਂ ਪੈਣਗੀਆਂ, ਫੋਰਨ ਪਾਲਿਸੀ ਬਣਾਉਣੀ ਪਏਗੀ, ਤੁਹਾਨੂੰ ਇੰਡਸਟਰੀਅਲ ਪਾਲਿਸੀ ਬਣਾਉਣੀ ਪਏਗੀ, ਖੇਤੀਬਾੜੀ ਦੀ ਪਾਲਿਸੀ ਬਣਾਉਣੀ ਪਏਗੀ, ਫਾਈਨੈਂਸ਼ੀਅਲ ਜਿਹੜੇ ਬੈਨੀਫਿਟ ਨੇ ਉਹਨਾਂ ਦੇ ਲਈ ਕੋਈ ਪਾਲਿਸੀ ਬਣਾਉਣੀ ਪਏਗੀ, ਬਾਹਰੋਂ ਤੁਹਾਨੂੰ ਇਨਵੈਸਟਰ ਬੁਲਾਉਣੇ ਪੈਣਗੇ, ਇੰਪਲਾਇਮੈਂਟ ਦੇ ਜ਼ਰੀਏ ਪੈਦਾ ਕਰਨੇ ਪੈਣਗੇ। ਕੁੱਲ ਮਿਲਾ ਕੇ ਪਹਿਲਾ ਨਾਰਾ ਇਹ ਦੇ ਦਿੱਤਾ ਜਾਂਦਾ ਹੈ, ਜਿਵੇਂ ਅਸੀਂ ਕਿਹਾ, ਇੱਕ ਨਾਰਾ ਦਿੱਤਾ ਕਿ ਸਾਰੇ ਦਲਿਤ ਇਕੱਠੇ ਹੋ ਜਾਓ, ਉਸ ਤੋਂ ਬਾਅਦ ਜਿਹੜੀ ਤੁਹਾਡੀ ਮਾਨਸਿਕ ਗੁਲਾਮੀ ਹੈ ਉਹ ਦੂਰ ਹੋ ਜਾਊਗੀ। ਮੈਂ ਸਹਿਮਤ ਹਾਂ ਇਸ ਗੱਲ ਨਾਲ ਕਿ ਉਹਨਾਂ ਤੇ ਗੁਲਾਮੀ ਲੱਦੀ ਗਈ ਹੈ, ਹਾਲੇ ਤੱਕ ਵੀ ਵਿਚਾਰੇ ਉਹ ਮਾਨਸਿਕ ਤੌਰ ਤੇ ਗੁਲਾਮ ਰੱਖੇ ਹੋਏ ਨੇ। ਪਰੰਤੂ ਕੀ ਇਹ ਨਾਰਾ ਲਾਉਣ ਨਾਲ ਜਦੋਂ ਸੱਤਾ ਉਹਨਾਂ ਦੇ ਹੱਥ 'ਚ ਆ ਗਈ, ਮਾਇਆਵਤੀ ਦੇ ਹੱਥ 'ਚ ਆ ਗਈ, ਕੀ ਯੂਪੀ ਦੇ ਵਿੱਚ ਮਾਨਸਿਕ ਗੁਲਾਮੀ ਚੱਕੀ ਗਈ? ਮਾਨਸਿਕ ਗੁਲਾਮੀ ਉਹਨਾਂ ਚਿਰ ਦੂਰ ਨਹੀਂ ਹੁੰਦੀ ਜਿੰਨਾ ਚਿਰ ਆਰਥਿਕ ਬਰਾਬਰੀ ਨਹੀਂ ਆਉਂਦੀ। ਆਰਥਿਕ ਬਰਾਬਰੀ ਲੈਣ ਲਈ ਤੁਹਾਨੂੰ ਉਦਾਂ ਦੇ ਪ੍ਰੋਗਰਾਮ ਬੁਣਤਣੇ ਪੈਣਗੇ। ਉਹ ਪ੍ਰੋਗਰਾਮ ਸਾਡੇ ਕੋਲ ਹੈ ਨਹੀਂ। ਉਹ ਪ੍ਰੋਗਰਾਮ ਨਾ ਜਿਹੜਾ ਸਾਡਾ ਸਪਾਂਸਰਡ ਹੈ, ਜਿਹਨੇ ਪੈਸੇ ਦਿੱਤੇ ਨੇ, ਨਾ ਇੰਡਸਟਰੀਅਲਿਸਟ ਚਾਹੁੰਦਾ, ਨਾ ਉਹ ਪਾਰਟੀਆਂ ਨੂੰ। ਫਿਰ ਇਹ ਲੱਗਦਾ ਵੀ ਹੁਣ ਆਪਾਂ ਜਿੰਨੇ ਚਿਰ ਮੌਜ ਕਰ ਸਕਦੇ ਉਹਨਾਂ ਚਿਰ ਮੌਜ ਕਰੋ। ਇਹ ਸੀਨ ਤੇ ਕੁਛ ਚਿਰ ਰਹਿੰਦੇ ਨੇ। ਇਸ ਤਰ੍ਹਾਂ ਹੀ ਜਿਹੜਾ ਭਰਮ ਹੁੰਦਾ ਉਹ ਭਰਮ ਟੁੱਟ ਜਾਂਦਾ ਹੈ। ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣਾ, ਹੁਣ ਅਕਾਲੀ ਦਲ ਦਾ ਕਾਡਰ ਹੈ, ਅਕਾਲੀ ਦਲ ਕੋਲ ਵੋਟਾਂ ਹੈਗੀਆਂ, ਪਰ ਅਕਾਲੀ ਦਲ ਦੀਆਂ ਵੋਟਾਂ ਦੇ ਵਿੱਚੋਂ ਸਿੱਖੀ ਗਾਇਬ ਹੈ।
ਹੁਣ ਅਕਾਲੀ ਦਲ ਦਾ ਮਤਲਬ ਉਸ ਤਰ੍ਹਾਂ ਦੀ ਗੱਲ ਨਹੀਂ ਕਿ ਅਕਾਲੀ ਦਲ ਇੱਕ ਸਿੱਖਾਂ ਦੀ ਪਾਰਟੀ ਹੈ, ਇਦਾਂ ਦੀ ਗੱਲ ਨਹੀਂ ਹੈ। ਸਗੋਂ ਮੈਂ ਇਹ ਕਹੂੰਗਾ ਵੀ ਜਿਹੜੇ ਥੋੜੇ ਜਿਹੇ ਕੱਟੜ ਸਿੱਖ ਨੇ ਉਹ ਅਕਾਲੀ ਦਲ ਤੋਂ ਜ਼ਿਆਦਾ ਦੂਰ ਨੇ। ਇਸ ਤਰ੍ਹਾਂ ਹੀ 10 ਸਾਲ ਮੋਦੀ ਜੀ ਦੇ ਰਾਜ ਹੁਣ ਹੋਣ ਲੱਗੇ ਨੇ, ਹੋ ਸਕਦਾ 5-7 ਸਾਲ ਟੁੱਟਵੇਂ ਥਾਵਾਂ ਤੇ ਕਿਤੇ ਸਟੇਟ 'ਚ ਸਰਕਾਰ ਆ ਜਾਏ, ਕਿਤੇ ਨਾ ਆਵੇ, ਹੋ ਸਕਦਾ ਕੁਝ ਸਮਾਂ ਹੋਰ ਬਚ ਜਾਣ। ਜਿਵੇਂ 60-70 ਸਾਲ ਆਪਾਂ ਕਹਿੰਦੇ ਕਾਂਗਰਸ ਚੱਲੀ ਗਈ, ਉਹਨਾਂ ਨੇ ਵੀ ਇੱਦਾਂ ਦੀਆਂ ਨੀਤੀਆਂ ਘੜੀਆਂ, ਆਰਥਿਕ ਸੁਧਾਰ ਬਹੁਤ ਸਾਰੇ ਨਹੀਂ ਕੀਤੇ ਜਿਹੜੇ ਹੋ ਸਕਦੇ ਸੀ, ਜਿਹੜੇ ਹੋ ਸਕਦੇ ਸੀ, ਜਿਨ੍ਹਾਂ ਦਾ ਮਤਲਬ ਹੈ ਇੰਨਾ ਵਧੀਆ ਮੁਲਕ ਬਣ ਸਕਦਾ ਸੀ, ਸਭ ਕੁਝ ਸੀ, ਲੇਕਿਨ ਉਹਨਾਂ ਨੇ ਨਹੀਂ ਕੀਤੇ। ਕਿਉਂ ਨਹੀਂ ਕੀਤੇ? ਕਿਉਂਕਿ ਉਹਨਾਂ ਦੀ ਵੀ ਮਜਬੂਰੀ ਸੀ। ਕਿਸੇ ਨਾ ਕਿਸੇ ਨੂੰ ਜਿਹੜੇ ਮੈਂ ਕਹਾਂ ਪੂੰਜੀਵਾਦੀ ਕਹਿੰਦੇ ਆ, ਜਿਹਨੂੰ ਅਸੀਂ ਪੂੰਜੀਵਾਦੀ ਨੀਤੀਆਂ ਕਹਿੰਦੇ ਆ ਜੀ, ਇਹਨਾਂ ਨੂੰ ਜਿਹੜੇ ਬੰਦੇ ਪਿੱਛੇ ਸਪਾਂਸਰ ਕਰਦੇ ਨੇ, ਪੈਸਾ ਲਾਉਂਦੇ ਨੇ, ਉਹਨਾਂ ਨੇ ਆਪਦਾ ਪ੍ਰੋਫਿਟ ਲੈਣਾ। ਸੋ ਇਸ ਕਿਸਮ ਨਾਲ ਹੋ ਸਕਦਾ ਆਉਣ ਵਾਲੇ 5 ਸਾਲ ਇਹਨਾਂ ਦਾ ਪੱਤਾ ਹੋਰ ਚੱਲ ਜੇ ਹਿੰਦੂਵਾਦ ਵਾਲਾ, ਪਰ ਦਿਨੋਂ ਦਿਨ ਮੈਨੂੰ ਲੱਗਦਾ ਇਹਦਾ ਡਿਕਲਾਈਨ ਸ਼ੁਰੂ ਹੋ ਗਿਆ, ਇਹ ਡਿੱਗਣਾ ਸ਼ੁਰੂ ਹੋ ਗਿਆ। ਅੰਤ ਤੇ ਇੱਕ ਦਿਨ ਐਸਾ ਆਊਗਾ ਜਦੋਂ ਲੋਕਾਂ ਨੇ ਹਿੰਦੂਵਾਦ ਨੂੰ ਨਹੀਂ ਮੰਨਣਾ। ਕਿਉਂਕਿ ਇੱਥੇ ਤਾਂ ਸਾਰੇ ਹਿੰਦੂ ਨੇ, ਕਿਹੜੇ ਹਿੰਦੂ ਨੂੰ ਮੰਨੋਗੇ? ਫਿਰ ਜਦੋਂ ਆਪਸੀ ਟਕਰਾਅ ਹੋਣਗੇ ਫਿਰ ਇਦਾਂ ਦੀਆਂ ਪਾਰਟੀਆਂ ਬਣਨਗੀਆਂ ਨਾ, ਜਿਵੇਂ ਤੁਸੀਂ ਹੁਣ ਪਹਿਲਾਂ ਹੀ ਗੱਲ ਚੁੱਕੇ ਹੋ, ਬੀਜੇਪੀ ਵੀ ਹਿੰਦੂਵਾਦ ਦੀ ਪਾਰਟੀ ਹੈ, ਬਜਰੰਗ ਦਲ ਵੀ ਹਿੰਦੂਵਾਦ ਦੀ ਪਾਰਟੀ ਹੈ, ਸ਼ਿਵ ਸੈਨਾ ਵੀ, ਤੇ ਜਿਹੜੀ ਉਹ ਹੈ ਇੱਕ ਕੀ ਸੀ ਉਹਦਾ ਨਾਮ, HBP ਹੈ ਜੀ ਸ਼ਾਇਦ, ਹਾਂ ਏਦਾਂ ਦਾ ਇੱਕ, ਮਤਲਬ ਏਦਾਂ ਦੀਆਂ ਬਹੁਤ ਸਾਰੀਆਂ ਪਾਰਟੀਆਂ ਨੇ। ਉਹਦੇ ਚ ਵਿੱਚੋਂ ਕੋਈ ਰਾਜਪੂਤ ਸੈਨਾ ਆ ਜੂਗੀ ਅੱਗੇ, ਫਿਰ ਇਹ ਵੀ ਕੋਈ ਸੈਨਾ ਆ ਜਾਣਗੀਆਂ, ਸ਼ਿਵ ਸੈਨਾ ਦੇ ਅੱਗੇ ਆਪਣੇ ਪਾਰਟੀ, ਹਾਂ ਉਹਨਾਂ ਦੀਆਂ ਦੋ ਪਾਰਟੀਆਂ ਬਣ ਗਈਆਂ। ਐਕਚੁਅਲੀ ਉਹ ਜਿੰਨੇ ਲੀਡਰ ਨੇ, ਏਜੰਡਾ ਸਾਰਿਆਂ ਦਾ ਸੱਤਾ ਪ੍ਰਾਪਤ ਕਰਨਾ ਹੈ ਤੇ ਸੱਤਾ ਪ੍ਰਾਪਤ ਕਰਕੇ ਮਲਾਈ ਖਾਣਾ ਹੈ। ਉੱਥੇ ਜਦੋਂ ਮਤਭੇਦ ਹੁੰਦੇ ਨੇ, ਉਹ ਮਤਭੇਦ ਇੱਕ ਵਾਰੀ ਪਹਿਲੇ ਲੈਵਲ ਤੇ ਤਾਂ ਜਦੋਂ ਅਸੀਂ ਵੱਡਾ ਦੁਸ਼ਮਣ ਢਾਉਣਾ ਹੁੰਦਾ ਨਾ, ਉਦੋਂ ਤਾਂ ਸਾਰੇ ਜਾਨਵਰ ਇਕੱਠੇ ਹੋ ਜਾਂਦੇ ਆ, ਜਿਵੇਂ ਆਪਾਂ ਜੰਗਲਾਂ ਦੀ ਗੱਲ ਕਰਦੇ ਹਾਂ। ਪਰ ਜਦੋਂ ਵੱਡਾ ਦੁਸ਼ਮਣ ਮਰ ਜਾਂਦਾ ਹੈ, ਫਿਰ ਆਪਸ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ। ਜਦੋਂ ਆਪਸ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ, ਉਦੋਂ ਬਹੁਤ ਸਾਰੇ ਮਤਭੇਦ ਹੁੰਦੇ ਨੇ। ਸੋ ਇਸ ਕਿਸਮ ਨਾਲ ਮੈਨੂੰ ਇਹ ਲੱਗਦਾ ਕਿ ਹੁਣ ਜਿਹੜਾ ਹਿੰਦੂ ਰਾਸ਼ਟਰ ਜਾਂ ਹਿੰਦੂ ਰਾਸ਼ਟਰ ਦੀ ਗੱਲ ਹੈ ਜਾਂ ਹਿੰਦੂ ਮਤ ਦੀ ਗੱਲ ਹੈ, ਉਹ ਬਾਲਾ ਚਿਰ ਚੱਲਣ ਵਾਲੀ ਨਹੀਂ ਹੈ, ਉਹ ਅੰਤ ਦੇ ਨੇੜੇ ਤੇੜੇ ਲੱਗ ਚੁੱਕੀ ਹੈ। ਜੇ ਕਾਂਗਰਸ ਨੇ 60 ਸਾਲ ਆਪਾਂ ਕਹਿੰਦੇ ਆ ਕਿ ਰਾਜ ਕੀਤਾ, ਇਹ ਬੀਜੇਪੀ ਨੂੰ ਆਪਦਾ ਭਰਮ ਕੱਢ ਲੈਣਾ ਚਾਹੀਦਾ ਹੈ ਕਿ ਉਹ 60 ਸਾਲ ਰਾਜ ਨਹੀਂ ਕਰ ਸਕੂਗੀ। 10 ਸਾਲ ਦੇ ਵਿੱਚ ਕਾਫੀ ਨੇੜੇ ਤੇੜੇ ਲੱਗ ਗਿਆ ਕੰਮ। ਮਤਲਬ ਹੁਣ ਜਿਹੜਾ ਆਉਣ ਵਾਲਾ ਸਮਾਂ ਹੋ ਸਕਦਾ ਕੋਈ ਸਰਕਾਰ ਫੇਰ ਬਣ ਜੇ, ਪਰ ਗ੍ਰਾਫ ਥੱਲੇ ਨੂੰ ਜਾ ਰਿਹਾ ਹੈ। ਇਹ ਹੈ। ਤੇ ਧਾਲੀਵਾਲ ਸਾਹਿਬ, ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਵਿੱਚ ਹਿੰਦੂ ਸਮਾਜ ਵਸਦਾ, ਤੇ ਦੂਜਾ ਬੀਜੇਪੀ ਸਰਕਾਰ ਇਸੇ ਤੇ ਪੱਤਾ ਖੇਡਦੀ ਹੈ ਸਿਆਸਤ ਦਾ। ਜੋ ਹਿੰਦੂ ਰਾਸ਼ਟਰ ਦੀ ਬੀਜੇਪੀ ਗੱਲ ਕਰਦੀ ਹੈ, ਉਸ ਗੱਲ ਰਾਹੀਂ ਸੱਤਾ ਦੇ ਵਿੱਚ ਆਉਂਦੇ ਆ, ਲੋਕਾਂ ਨੂੰ ਭਰਮਾ ਕੇ ਆਪਣੇ ਨਾਲ ਲਾਉਂਦੇ ਆ, ਪਰ ਕਿਤੇ ਨਾ ਕਿਤੇ ਜੋ ਬੀਜੇਪੀ ਦੇ ਸਹਿਯੋਗੀ ਨੇ NDA ਦੇ ਵਿੱਚ ਜਾਂ ਬੀਜੇਪੀ ਦੇ ਆਪਣੀ ਪਾਰਟੀ ਦੇ, ਉਹ ਵੀ ਦੁਫਾੜ ਹੁੰਦੇ ਹੋਏ ਨਜ਼ਰ ਆਉਂਦੇ ਨੇ ਇਸ ਏਜੰਡੇ ਦੇ ਉੱਤੇ। ਉਹ ਤਾਂ ਮੈਂ ਇਹ ਗੱਲ ਕਰ ਰਿਹਾ ਨਾ ਕਿ ਜਦੋਂ ਇੱਕ ਨਾਰਾ ਲਾ ਕੇ ਕੋਈ ਇੱਕ ਪਾਰਟੀ ਰਾਜ ਹਥਿਆਉਂਦੀ ਹੈ ਜੀ, ਤੇ ਜਿਹੜੀ ਪਾਰਟੀ ਤੋਂ ਰਾਜ ਖੁੱਸਦਾ ਹੈ, ਫਿਰ ਉਹ ਵੀ ਟਰਾਈ ਕਰਦੀ ਹੈ ਨਾ ਵੀ ਆਪਾਂ ਦਾ ਇਦਾਂ ਦਾ ਹੀ ਨਾਰਾ ਆਪਾਂ ਦੇਖ ਕੇ ਦੇਖੋ ਆਪਾਂ ਬਚਾ ਸਕਦੇ ਹਾਂ ਕੁਛ ਕਿ ਨਹੀਂ। ਤੁਸੀਂ ਦੇਖੋ ਨਾ ਕਿ ਜਦੋਂ ਦਲਿਤ ਇਕੱਠੇ ਹੁੰਦੇ ਨੇ, ਪੋਲਰਾਈਜੇਸ਼ਨ ਹੁੰਦੀ ਹੈ ਦਲਿਤਾਂ ਦੀ, ਉਹ ਕੋਈ ਪਾਰਟੀ ਉਹਨਾਂ ਨੂੰ ਖਿੱਚਦੀ ਹੈ, ਤਾਂ ਉਦੋਂ ਕਾਂਗਰਸ ਦੇ ਲੀਡਰ ਵੀ ਦਲਿਤਾਂ ਦੇ ਘਰੇ ਜਾ ਕੇ ਖਾਣਾ ਖਾਣ ਲੱਗ ਜਾਂਦੇ ਨੇ। ਬਿਲਕੁਲ ਠੀਕ ਹੈ ਕਿ ਨਹੀਂ? ਅਦਰਵਾਈਜ਼ ਨਹੀਂ, ਏਦਾਂ ਦਾ ਵਿਵਹਾਰ ਪਹਿਲਾਂ ਨਹੀਂ ਆਉਂਦਾ। ਸੋ ਇਹ ਗਿਵਨ ਸਿਚੁਏਸ਼ਨ ਦੇ ਵਿੱਚ ਏਦਾਂ ਦਾ ਚੱਲਦਾ ਹੈ। ਉਹਦੇ ਵਿੱਚ ਮੈਂ ਬਾਰ-ਬਾਰ ਇਹ ਗੱਲ ਕਹਿਣਾ ਕਿ ਜਿਹੜਾ ਹਿੰਦੂ ਰਾਸ਼ਟਰ ਹੈ ਨਾ, ਜਿਹੜੀ ਗੱਲ ਤੁਸੀਂ ਸ਼ੁਰੂ ਤੇ ਕਹਿ ਕੇ ਹਟਿਓ, ਇਹ ਮਣਕਿਆਂ ਦੀ ਮਾਲਾ ਨਹੀਂ ਹੈ, ਇਹ ਤਰ੍ਹਾਂ ਦੇ ਮਣਕਿਆਂ ਦੀ ਮਾਲਾ ਹੈ। ਮਣਕਿਆਂ ਦੀ ਮਾਲਾ ਤਾਂ ਹੋਵੇ, ਜੇ ਤਾਂ ਇੱਕੋ ਤਰ੍ਹਾਂ ਦੇ ਮਣਕੇ ਹੋਣ ਫਿਰ ਤਾਂ ਉਹ ਸਮਾ ਜਾਣ। ਇਹ ਤਰ੍ਹਾਂ ਦੇ ਮਣਕਿਆਂ ਦੀ ਮਾਲਾ ਹੈ, ਤੇ ਹਰ ਇੱਕ ਮਣਕਾ ਪਹਿਲਾਂ ਵਾਲੇ ਨਾਲੋਂ ਵੱਖ ਹੈ। ਇਸੇ ਕਰਕੇ ਮੈਂ ਕਹਿਣਾ ਸਾਡੀ ਬੋਲੀ ਵੱਖਰੀ, ਸਾਡੀ ਭਾਸ਼ਾ ਵੱਖਰੀ, ਹਰ ਸਟੇਟ ਦੀ ਭਾਸ਼ਾ ਵੱਖਰੀ, ਹਰ ਸਟੇਟ ਦਾ ਪਹਿਰਾਵਾ, ਕਲਚਰ, ਖਾਣ ਪੀਣ, ਇੱਥੋਂ ਤੱਕ ਕਿ ਸਾਡਾ ਜਗਰਾਫੀਕਲ ਸਿਸਟਮ, ਫਸਲਾਂ ਵੱਖਰੀਆਂ, ਸਾਡੇ ਇਨਕਮ ਦੇ ਸਾਧਨ ਵੱਖਰੇ, ਸਾਡਾ ਪੂਜਾ ਪੱਧਤੀ ਵੱਖਰੀ। ਮਤਲਬ ਜਿਹੜੀ ਪੂਜਾ ਪੱਧਤੀ ਸਾਊਥ ਵਾਲੇ ਹਿੰਦੂਆਂ ਦੀ ਹੈ, ਤੁਸੀਂ ਦੇਖੋ ਨਾ, ਸਾਊਥ ਦੇ ਮੰਦਿਰ ਹੋਰ ਤਰ੍ਹਾਂ ਦੇ ਬਣੇ ਹੋਏ ਨੇ, ਨਾਰਥ ਦੇ ਹੋਰ ਤਰ੍ਹਾਂ ਦੇ ਬਣੇ ਹੋਏ ਨੇ। ਸੋ ਮਤਲਬ ਫਿਰ ਇਹ ਇੱਕ ਕਿਵੇਂ ਹੋਇਆ? ਇਸ ਕਰਕੇ ਮੈਂ ਕਹਿੰਦਾ ਸੋਹਣਾ ਲੱਗਦਾ ਇੱਕ ਜੇ ਰੱਖਿਆ ਜਾਵੇ, ਪਰ ਉਹ ਇੱਕ ਸੋਹਣਾ ਤਾਂ ਰੱਖਿਆ ਜਾ ਸਕਦਾ ਹੈ
ਜੇ ਅਸੀਂ ਸਾਰਿਆਂ ਨੂੰ ਇੰਡੀਪੈਂਡੈਂਸ ਦੇ ਕੇ ਉਹਨਾਂ ਨੂੰ ਆਪਣੀ ਹੋਂਦ 'ਚ ਵੀ ਕਹੀਏ ਵੀ ਰਹੋ ਤੁਸੀਂ ਆਪਣੀ ਸਟੇਟ 'ਚ ਉਦਾਂ ਹੀ ਜਿੱਦਾਂ ਦੇ ਹੈਗੇ। ਪਰ ਜਿਹੜਾ ਨਾਰਾ ਬੀਜੇਪੀ ਦੇ ਰਹੀ ਹੈ ਨਾ ਕਿ ਜੇ ਕੱਲ ਨੂੰ ਇਹ ਕਹਿਣ ਇੱਕ ਪਹਿਰਾਵਾ, ਇੱਕ ਝੰਡਾ, ਇੱਕ ਸੰਵਿਧਾਨ, ਇੱਕ ਸੰਵਿਧਾਨ ਹੋ ਸਕਦਾ ਹੈ ਪਰ ਉਹ ਸੰਵਿਧਾਨ ਦੇ ਅੱਗੇ ਵੱਖ-ਵੱਖ, ਜਿਹਨੂੰ ਫੈਡਰਲਿਜ਼ਮ ਕਹਿੰਦੇ ਆ ਨਾ, ਜਿਵੇਂ ਅਮਰੀਕਾ ਦੀਆਂ ਸਟੇਟਾਂ ਦਾ ਵੱਖ-ਵੱਖ ਸੰਵਿਧਾਨ ਨੇ, ਹਾਲਾਂਕਿ ਉੱਥੇ ਕਲਚਰ ਸਾਡੇ ਜਿੰਨਾ ਡਿਫਰੈਂਸ ਨਹੀਂ ਹੈ। ਇਸ ਕਰਕੇ ਸਾਡੇ ਤਰ੍ਹਾਂ ਤਰ੍ਹਾਂ ਦੀ ਭਾਸ਼ਾ ਸਾਡੇ। ਤਾਂ ਤੁਸੀਂ ਇਹ ਦੇਖੋ ਵੀ ਸਾਡੇ, ਮੈਂ ਬਹੁਤ ਵਾਰ ਕਹਿਣਾ ਕਿ ਇਸ ਦੀ ਗੱਲ ਸਮਝਣ ਵਾਲੀ ਹੈ। ਇਹ ਸਾਡੀ ਬੜੀ ਟ੍ਰੈਜਡੀ ਹੋਈ ਹੈ ਕਿ ਕੁਛ ਪੰਜਾਬੀ ਸੀ ਜਿਹੜੀ ਉਹ ਦੇਵਨਾਗਰੀ 'ਚ ਬੋਲੀ ਜਾਂਦੀ ਸੀ, ਕੁਛ ਪੰਜਾਬੀ ਜਿਹੜੀ ਸ਼ਾਹਮੁਖੀ 'ਚ ਲਿਖੀ ਗਈ, ਕੁਛ ਪੰਜਾਬੀ ਗੁਰਮੁਖੀ 'ਚ ਲਿਖੀ ਗਈ। ਸ਼ਾਹਮੁਖੀ ਸਾਨੂੰ ਉਹਦੇ ਅਲਫਾਬੈਟ ਨਹੀਂ ਆਉਂਦੇ, ਅਸੀਂ ਉਹ ਪੰਜਾਬੀ ਅਸੀਂ ਨਹੀਂ ਪੜ੍ਹ ਸਕਦੇ। ਸਾਡੇ ਵਾਲੀ ਪੰਜਾਬੀ ਪਾਕਿਸਤਾਨ ਵਾਲੇ ਨਹੀਂ ਪੜ੍ਹ ਸਕਦੇ ਕਿਉਂਕਿ ਪੰਜਾਬੀ ਤਾਂ ਆਉਂਦੀ ਹੈ ਉਹਨਾਂ ਨੂੰ। ਅੱਜ ਉਹ ਅਸੀਂ ਬੋਲ ਰਹੇ ਹਾਂ ਤਾਂ ਸਾਰਾ ਕੁਝ ਸਮਝ 'ਚ ਆ ਜਾਊਗਾ, ਪਰ ਲਿਖਿਆ ਹੋਇਆ ਨਹੀਂ ਪੜ੍ਹ ਸਕਦੇ ਕਿਉਂਕਿ ਉਹਨਾਂ ਨੂੰ ਗੁਰਮੁਖੀ ਨਹੀਂ ਆਉਂਦੀ। ਸੋ ਇਸ ਕਿਸਮ ਨਾਲ ਸਾਡੇ ਮੁਲਕ 'ਚ ਇੱਕ ਅਜੀਬ ਹਾਲਾਤ ਹੈ। ਸਾਡੇ ਭਾਸ਼ਾਵਾਂ ਵੱਖਰੀਆਂ ਨੇ ਪਰ ਬਹੁਤ ਸਾਰੀਆਂ ਭਾਸ਼ਾਵਾਂ ਦੀ ਸਕ੍ਰਿਪਟ ਇੱਕ ਹੈ, ਦੇਵਨਾਗਰੀ ਹੈ। ਉਹ ਲਿਖਦੇ ਸਾਰੇ ਕਹਿ ਚਾਹੇ ਉਹ ਮਰਾਠੀ ਲਿਖਣ, ਚਾਹੇ ਉਹ ਗੁਜਰਾਤੀ ਲਿਖਣ, ਚਾਹੇ ਉਹ ਬੰਗਲਾ ਲਿਖਣ, ਚਾਹੇ ਉਹ ਉੜੀਆ ਲਿਖਣ, ਚਾਹੇ ਉਹ ਅਸਮੀ ਲਿਖਣ, ਅਲਟੀਮੇਟਲੀ ਘੁੰਮ ਘੁਮਾ ਕੇ ਦੇਵਨਾਗਰੀ ਦੇ ਆਲੇ ਦੁਆਲੇ ਘੁੰਮਦਾ ਸਾਰਾ। ਸੋ ਇਸ ਕਰਕੇ ਦੇਖਣ ਨੂੰ ਬੜੀ ਅਜੀਬ ਸਿਚੁਏਸ਼ਨ ਹੈ। ਸਾਡੇ ਜਿਹੜੇ ਉਹ ਦੋ ਮਾਡਲ ਨੇ ਨਾ, ਬਾਰ-ਬਾਰ ਅਸੀਂ ਕਹਿੰਦੇ ਹਾਂ ਕਿ ਏਕਤਾ ਦੇ ਦੋ ਮਾਡਲ ਹੁੰਦੇ ਨੇ। ਇੱਕ ਤਾਂ ਸੰਤਰੇ ਵਾਲਾ ਮਾਡਲ ਹੁੰਦਾ ਹੈ, ਸੰਤਰਾ ਜਿਹੜਾ ਨਾ ਉਹ ਬਾਹਰੋਂ ਤੁਹਾਨੂੰ ਇੱਕ ਦਿੰਦਾ ਹੈ ਪਰ ਜਦੋਂ ਛਿੱਲ ਲਓਗੇ ਫਾੜੀਆਂ ਸਾਰੀਆਂ ਅੱਡ ਅੱਡ ਨੇ। ਇੱਕ ਮਾਡਲ ਖਰਬੂਜੇ ਦਾ ਹੈ, ਖਰਬੂਜੇ ਦੀਆਂ ਧਾਰੀਆਂ ਤੁਹਾਨੂੰ ਬਾਹਰੋਂ ਅੱਡ ਅੱਡ ਦਿਖਦੀਆਂ ਨੇ ਪਰ ਅੰਦਰੋਂ ਇੱਕ ਹੈ। ਸੋ ਸਾਡਾ ਜਿਹੜਾ ਮਾਡਲ ਹੈ, ਮੈਂ ਇਹ ਸਮਝਦਾ ਕਿ ਉਹ ਸੰਤਰੇ ਵਾਲਾ ਹੈ। ਬਾਹਰੋਂ ਅਸੀਂ ਇੱਕ ਦਿਖਦੇ ਹਾਂ ਪਰ ਅਸਲ 'ਚ ਇੱਕ ਹੈ ਨਹੀਂ। ਤੇ ਉਹਨੂੰ ਇੱਕ ਰੱਖਣ ਲਈ ਯਤਨ ਕਰਨੇ ਪੈਣਗੇ। ਜਦੋਂ ਹੀ ਉਹ ਇੱਕ ਰੱਖਣ ਵਾਲੇ ਯਤਨ ਢਿੱਲੇ ਪੈ ਗਏ, ਜਦੋਂ ਹੀ ਅਸੀਂ ਉਹ ਡਿਕਲੇਅਰ ਕੀਤਾ ਨਾ ਕਿ ਅਸੀਂ ਤਾਂ ਸਾਰੀਆਂ ਫਾੜੀਆਂ ਦੀ ਇੱਕ ਬਣਾਵਾਂਗੇ, ਉਹ ਸੰਤਰਾ ਨਹੀਂ ਰਹੇਗਾ, ਉਹਦਾ ਕੁਝ ਹੋਰ ਬਣ ਜਾਏਗਾ, ਮੈਨੂੰ ਇਹ ਲੱਗਦਾ। ਸੋ ਇਹ ਲਾਲਚ, ਮੈਂ ਇਕੱਲੇ ਬੀਜੇਪੀ ਨੂੰ ਦੋਸ਼ ਦੇਈਏ ਇਹ ਸਿਆਣਪ ਨਹੀਂ ਹੋਏਗੀ। ਹਾਂ, ਇਹ ਲਾਲਚ ਸਾਰੀਆਂ ਪਾਰਟੀਆਂ ਨੇ ਕੀਤਾ, ਉਹ ਸਾਡੇ ਅਕਾਲੀ ਦਲ ਨੇ ਵੀ ਕੀਤਾ। ਮਤਲਬ ਜਦੋਂ ਸੂਟ ਕਰਦਾ ਬਦਲਦੇ 1 ਮਿੰਟ ਲਾਉਂਦੇ ਆ। ਮਤਲਬ ਕਿਸੇ ਜ਼ਮਾਨੇ ਸੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਸੀ, ਹੁਣ ਅਕਾਲੀ ਦਲ ਇਹ ਕਹਿੰਦਾ ਕਿ ਅਸੀਂ ਪੰਜਾਬੀਅਤ ਦੇ ਰਹਿਨੁਮਾ, ਅਸੀਂ ਪੰਜਾਬ ਦੇ ਰਹਿਨੁਮਾ। ਹੁਣ ਉਹ ਸਿੱਖਾਂ ਦੀ ਪਾਰਟੀ ਨਹੀਂ ਗੱਲ ਕਰਦੇ, ਹੁਣ ਪੰਜਾਬੀ ਪਾਰਟੀ ਹੈ ਕਿ ਪੰਜਾਬੀਅਤ ਦੀ ਗੱਲ ਕਰਾਂਗੇ ਅਸੀਂ। ਪੰਜਾਬ, ਪੰਜਾਬੀ, ਪੰਜਾਬੀਅਤ, ਹੁਣ ਉਹ 3 ਗੱਲਾਂ ਕਰਦੇ ਨੇ। ਸੋ ਕਿਉਂਕਿ ਹੁਣ ਉਹਨਾਂ ਨੂੰ ਲੱਗਿਆ ਕਿ ਜਿਹੜਾ ਜੇ ਅਸੀਂ 55% ਸਿੱਖ ਕਹੀਏ, 55% ਸਿੱਖਾਂ ਦੇ ਵਿੱਚ ਇੰਨਾ ਵੱਖਰੇ, ਮੈਂ ਜਿਵੇਂ ਮੈਂ ਪਹਿਲਾਂ ਹਿੰਦੂਆਂ ਦੀ ਗੱਲ, ਮਤਲਬ ਉਹਨਾਂ ਦੇ ਵਿੱਚ ਵੀ 3 ਤਾਂ ਸਿੱਧੇ ਜਿਹੜਾ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ, ਤਿੰਨਾਂ ਦੀਆਂ ਤਾਂ ਉਹਨਾਂ ਦੀਆਂ ਸ਼ਾਖਾਵਾਂ ਵੱਖਰੀਆਂ ਨੇ। ਫਿਰ ਉਹਨਾਂ 'ਚ ਕਿੰਨੀ ਦੇਵੀਆਂ ਦੇਵਤੇ ਨੇ, ਉਹਨਾਂ ਦੀਆਂ ਸ਼ਾਖਾਵਾਂ ਵੱਖਰੀਆਂ ਨੇ। ਕਿੰਨੇ ਟੋਟਮਿਜ਼ਮ ਕਹਿੰਦੇ ਅਸੀਂ, ਕਿੰਨੇ ਮਤਲਬ ਕਈ ਇੱਕ ਧਿਰ ਗੁੱਗੇ ਦੀ ਪੁਜਾਰੀ ਹੈ, ਇੱਕ ਧਿਰ ਸੱਪ ਦੀ ਪੁਜਾਰੀ ਹੈ, ਇੱਕ ਧਿਰ ਗਣੇਸ਼ ਦੀ ਪੁਜਾਰੀ ਹੈ, ਇੱਕ ਧਿਰ ਹੋਰ ਕਿਸੇ ਦੀ ਪੁਜਾਰੀ ਹੈ। ਉਹ ਸਾਰੀਆਂ ਧਿਰਾਂ ਨੂੰ, ਕਿਉਂਕਿ ਪਹਿਲਾਂ ਉਹ ਸਾਰੀਆਂ ਧਿਰਾਂ ਦੀ ਕਿਤੇ ਰਾਜ ਨਹੀਂ ਸੀ, ਉਹਨਾਂ ਨੂੰ ਇੱਕ ਨਾਰਾ ਦਿੱਤਾ ਗਿਆ ਕਿ ਤੁਸੀਂ ਸਾਡੇ ਨਾਲ ਆਓ, ਆਪਾਂ ਹਿੰਦੂ ਰਾਜ ਬਣਾਵਾਂਗੇ। ਜਿਵੇਂ ਹਿੰਦੁਸਤਾਨ ਬਣਾਉਣ ਵੇਲੇ ਸਿੱਖਾਂ ਨੂੰ ਭਰੋਸਾ ਦਿੱਤਾ ਗਿਆ ਕਿ ਤੁਸੀਂ ਹਿੰਦੁਸਤਾਨ 'ਚ ਆਓ, ਇੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ, ਤੁਸੀਂ ਆਪਣੀ ਆਜ਼ਾਦ ਜਿਹੜੀ ਸਿੱਖ ਹਸਤੀ ਹੈ, ਸਿੱਖ ਧਰਮ ਹੈ, ਉਹਦੇ ਤੇ ਕੋਈ ਆਂਚ ਨਹੀਂ ਆਏਗੀ। ਪਰੰਤੂ ਬਾਅਦ 'ਚ ਜਦੋਂ ਸਿੱਖਾਂ ਨੂੰ ਲੱਗਿਆ ਵੀ ਇਹ ਗੜਬੜ ਹੋ ਗਈ, ਹੁਣ ਉਹਦੇ ਵਿੱਚੋਂ ਖਾਲਿਸਤਾਨ ਦੀ ਗੱਲ ਕਰੀ ਜਾਂਦੇ ਨੇ ਕੁਛ ਲੋਕ। ਠੀਕ ਗੱਲ ਤੋਂ ਬਾਅਦ ਦੀ ਗੱਲ ਹੈ। ਇਸ ਤਰ੍ਹਾਂ ਹੀ ਜਦੋਂ ਇਹ ਸਾਰਾ ਕੁਝ ਇਕੱਠਾ ਹੁੰਦਾ ਨਾ, ਇਹ ਇਕੱਠੇ 'ਚੋਂ ਐਦਾਂ ਦੀ ਗੱਲ ਨਿਕਲੂਗੀ, ਫਿਰ ਬਹੁਤ ਸਾਰੇ ਇਹਦੇ ਵਿੱਚੋਂ ਸੈਕਟ ਜਿਹੜੇ ਪਹਿਲਾਂ ਹੀ ਬਣੇ ਹੋਏ ਨੇ, ਸ਼ਾਕਤਿਜ਼ਮ, ਵੈਸ਼ਨਵਿਜ਼ਮ, ਸ਼ੈਵਿਜ਼ਮ, ਇਹ ਸਾਰਾ ਕੁਝ ਨਿਕਲੇਗਾ। ਤੇ ਇਸ ਵਿੱਚੋਂ ਫਿਰ ਬਹੁਤ ਸਾਰੇ, ਉਹਨਾਂ ਨੂੰ ਧਰਮ ਕਹਿ ਲਓ, ਉਹਨਾਂ ਨੂੰ ਸਮਾਜ ਕਹਿ ਲਓ, ਤੇ ਉਹਨਾਂ ਨੂੰ ਐਦਾਂ ਦੀਆਂ ਪ੍ਰਵਿਰਤੀਆਂ ਕਹਿ ਲਓ। ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਵੰਡ ਹੁੰਦੀ ਦੇਸ਼ਾਂ ਦੇ ਰੂਪ 'ਚ ਵੀ ਵੰਡ ਹੋ ਜਾਏ, ਇਹਦੀ ਸੰਭਾਵਨਾ ਵੀ ਹੈ। ਬਿਲਕੁਲ। ਧਾਲੀਵਾਲ ਸਾਹਿਬ, ਆਪਣਾ ਹੁਣ ਸਮਾਂ ਵੀ ਨਜ਼ਦੀਕ ਹੋ ਗਿਆ ਤੇ ਗੱਲ ਤੁਸੀਂ ਪਹਿਲਾਂ ਵੀ ਇਹ ਕਰ ਚੁੱਕੇ ਹੋ। ਇੱਕ ਵਾਰ ਫਿਰ ਆਖਰੀ ਸਵਾਲ ਹੈ ਦਰਸ਼ਕਾਂ ਦੇ ਲਈ ਕਿ ਜਿਸ ਏਜੰਡੇ ਦੀ ਇਹ ਜਥੇਬੰਦੀਆਂ ਗੱਲ ਕਰਦੀਆਂ ਨੇ, RSS ਹੋ ਗਿਆ, ਸ਼ਿਵ ਸੈਨਾ ਵਾਲੇ ਹੋ ਗਏ, BJP ਹੋ ਗਈ, ਕੀ ਇਹ ਕਦੇ ਭਵਿੱਖ ਦੇ ਵਿੱਚ ਪੂਰਾ ਹੋਣ ਦੀ ਸੰਭਾਵਨਾ ਹੈ?
ਮੈਂ ਤੁਹਾਨੂੰ ਫੇਰ ਕਹਿਣਾ ਕਿ ਇਹ ਪੂਰਾ ਹੋਣ ਦੀ ਸੰਭਾਵਨਾ ਤਾਂ ਹੁੰਦੀ ਹੈ ਜੇ ਇਹਨੂੰ ਕੋਈ ਪੂਰਾ ਕਰਨਾ ਚਾਹੇ। ਇਹ ਏਜੰਡਾ ਨਹੀਂ ਹੈ, ਏਜੰਡਾ ਸੱਤਾ ਪ੍ਰਾਪਤ ਕਰਨਾ ਹੈ। ਏਜੰਡਾ ਸਿਰਫ ਕੁਰਸੀ, ਏਜੰਡਾ ਤਾਂ ਸੱਤਾ ਪ੍ਰਾਪਤ ਕਰਨਾ ਹੈ। ਇਹ ਏਜੰਡਾ ਕਿਸੇ ਦਾ ਨਹੀਂ ਕਿ ਇੱਥੇ ਹਿੰਦੂ ਰਾਸ਼ਟਰ ਹੋਵੇ, ਨਾ, ਏਦਾਂ ਦਾ ਏਜੰਡਾ ਹੀ ਨਹੀਂ ਹੈਗਾ। ਇਹ ਸਾਨੂੰ ਭਰਮਾਇਆ ਜਾ ਰਿਹਾ ਹੈ। ਜਿਹੜੀ ਗਰੀਬ ਜਨਤਾ ਹੈ, ਤੁਸੀਂ ਉਹਨਾਂ ਦੇ ਵਿੱਚ, ਮੈਂ ਫਿਰ ਕਹਿਣਾ ਜਿਵੇਂ ਹੁਣ ਜਿਹੜੇ ਦਲਿਤ ਭਾਈਚਾਰਾ ਹੈ, ਦਲਿਤ ਭਾਈਚਾਰਾ ਤਾਂ ਪਹਿਲਾਂ ਹੀ ਬਾਗੀ ਹੈ। ਉਹ ਤਾਂ ਇਹ ਕਹਿੰਦਾ ਹੈ, ਤੁਸੀਂ ਉਹਨਾਂ ਦੇ ਜਿਹੜੇ ਵਿਦਵਾਨ ਨੇ ਜਾਂ ਉਹਨਾਂ ਦੇ ਲੀਡਰ ਨੇ, ਉਹਨਾਂ ਦੀ ਗੱਲ ਸੁਣੋ। ਉਹ ਤਾਂ ਬਾਰ-ਬਾਰ ਇਹ ਕਹਿੰਦੇ ਨੇ ਕਿ ਸਾਡਾ ਉੱਲੂ ਬਣਾਇਆ ਗਿਆ ਹੈ, ਸਾਨੂੰ ਲੁੱਟਿਆ ਗਿਆ ਹੈ, ਸਾਨੂੰ ਡਰਾਇਆ ਗਿਆ ਹੈ ਕਿ ਤੁਸੀਂ ਸ਼ੂਦਰ ਤਾਂ ਪੈਦਾ ਹੋਏ ਹੋ ਸਿਰਫ ਸਾਡੀ ਸੇਵਾ ਕਰਨ ਲਈ, ਤੇ ਉਹਨਾਂ ਨੂੰ ਬਣਦੇ ਅਧਿਕਾਰ ਨਹੀਂ ਦਿੱਤੇ ਗਏ, ਉਹਨਾਂ ਦੀ ਲੁੱਟ ਹੋਈ ਹੈ। ਤੇ ਉਹ ਜਿਵੇਂ ਜਦੋਂ ਉਹ ਇਕੱਠੇ ਹੁੰਦੇ ਨੇ ਤਾਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸਾਰਿਆਂ ਨੂੰ। ਬਿਲਕੁਲ ਠੀਕ ਹੈ ਕਿ ਨਹੀਂ? ਉਹਨਾਂ ਨੂੰ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਕਿ ਉਹ ਲੋਕ ਸਿਰਫ ਗੰਦਗੀ ਸਾਫ਼ ਕਰਨ ਲਈ ਪੈਦਾ ਹੋਏ ਨੇ ਸਮਾਜ 'ਚ? ਇਹ ਜਿਹੜਾ ਪਾੜਾ ਹੈ ਨਾ, ਇਹ ਦੇਖੋ, ਮੈਂ ਇਹ ਕਹਿਣਾ ਕਿ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਨਾ ਤਾਂ ਇੱਕ ਦਿਨ 'ਚੋਂ ਖੜੀਆਂ ਹੁੰਦੀਆਂ ਨੇ, ਨਾ ਉਹ ਇੱਕ ਦਿਨ 'ਚ ਮਿਟਦੀਆਂ ਨੇ। ਸਮਾਂ ਲੱਗੇਗਾ, ਸਮਾਂ ਲੱਗਦਾ ਰਹਿੰਦਾ ਹੈ। ਹਾਂ, ਇਹ ਜ਼ਰੂਰ ਹੈ, ਪਰੰਤੂ ਕਈ ਵਾਰੀ ਉਹਨਾਂ ਨੂੰ ਜਿਹੜਾ ਇਸ ਤਰ੍ਹਾਂ ਦਾ ਸੈਕਸ਼ਨ ਹੈ, ਕੋਈ ਵੀ, ਜਿਵੇਂ ਸਾਡੇ ਕੁਛ ਭਟਕੇ ਹੋਏ ਲੋਕ ਕਹਿ ਲਓ, ਜਾਂ ਜਿਹੜੇ ਔਖੇ ਨੇ, ਉਹ ਕਹਿੰਦੇ ਆਪਾਂ ਦੇਸ਼ ਹੀ ਅੱਡ ਬਣਾ ਲਓ, ਖਾਲਿਸਤਾਨ ਬਣਾ ਲਓ। ਕੱਲ ਨੂੰ ਇਹੋ ਜਿਹੇ ਨਾਰੇ ਜੇ ਚੱਲਦੇ ਨੇ ਤਾਂ ਕੱਲ ਨੂੰ ਫਿਰ ਦਰਾਵੜੇ ਲੋਕ ਉਹ ਦਰਾਵੜਸਤਾਨ ਮੰਗ ਲੈਣਗੇ। ਮਤਲਬ ਏਦਾਂ ਦੇ ਜਿਹੜੇ ਨੇ ਨਾ, ਅਸਲ 'ਚ ਹਿੰਦੂ ਰਾਸ਼ਟਰ ਪਹਿਲਾਂ ਹੀ ਇਹ ਹੈਗਾ, ਉਹਨੂੰ ਬਣਾਉਣ ਲਈ ਕੋਈ ਸੱਤਾ ਨਹੀਂ ਚਾਹੀਦੀ। ਹਿੰਦੁਸਤਾਨ ਆਪਣੇ ਆਪ 'ਚ ਹਿੰਦੂ ਰਾਸ਼ਟਰ ਹੈ। ਉਹਦੇ ਲਈ ਕਿੱਥੇ ਹਿੰਦੂ ਰਾਸ਼ਟਰ ਦਾ ਤਾਂ ਮਤਲਬ ਹੀ ਇਹੀ ਹੈ ਕਿ ਇੱਥੇ ਇੱਕ ਵਿਸ਼ੇਸ਼ ਕਿਸਮ ਦਾ ਕਲਚਰ ਹੈ। ਤੇ ਜਿਹੜਾ ਹਿੰਦੂ ਕਲਚਰ ਹੈ, ਹਿੰਦੂ ਕਲਚਰ ਹੀ ਵੱਖ-ਵੱਖ ਤਰ੍ਹਾਂ ਦੇ ਕਲਚਰ ਦੇ ਮਿਲਣ ਨੂੰ ਹਿੰਦੂ ਕਲਚਰ ਕਹਿੰਦੇ ਨੇ, ਕਿ ਉੱਥੇ ਅੰਤਾਂ ਦੇ ਕਲਚਰ ਸਮਾ ਸਕਦੇ ਨੇ ਉਹਦੇ ਵਿੱਚ। ਸਮਝ ਗਏ ਨਾ? ਫਿਰ ਇਹ ਬਣਾਉਣਾ ਕੀ ਚਾਹੁੰਦੇ ਨੇ? ਉਹ ਤਾਂ ਆਲਰੇਡੀ ਬਣਿਆ ਹੋਇਆ ਹੈ। ਮਤਲਬ ਉਹੀ ਮੈਂ ਕਹਿਣਾ ਕਿ ਇਹ ਇੱਕ ਭਰਮਾਉਣ ਵਾਲੀ ਗੱਲ ਹੈ। ਉਸ ਭਰਮ ਦੇ ਥੱਲੇ ਇੱਕ 5 ਸਾਲ ਸਰਕਾਰ ਪਹਿਲਾਂ ਚੱਲ ਗਈ ਵਾਜਪਾਈ ਜੀ ਦੀ, 10 ਸਾਲ ਫੇਰ ਚੱਲ ਗਈ, ਹੋ ਸਕਦਾ ਇੱਕ ਅੱਧੀ ਸਰਕਾਰ ਹੋਰ ਚੱਲ ਜਾਏ। ਪਰ ਆਉਣ ਵਾਲੇ ਸਮੇਂ 'ਚ ਇਹ ਮਤਭੇਦ ਹੋਣਗੇ। ਤੁਸੀਂ ਇਹ ਦੇਖ ਲਓ, ਜਦੋਂ ਆਪਣੇ ਵੀ ਪੰਜਾਬ 'ਚ ਕਹਿੰਦੇ ਸੀ ਲੋਕ ਵੀ ਖਾਲਿਸਤਾਨ ਸਿੱਖਾਂ ਦਾ ਰਾਜ ਹੋਊਗਾ, ਫਿਰ ਜਦੋਂ ਪੁੱਛਦੇ ਆ ਵੀ ਸਿੱਖਾਂ ਦੇ ਵਿੱਚ ਇੰਨੀਆਂ ਸੰਪਰਦਾਵਾਂ ਨੇ ਵੀ ਕਿਹੜੇ ਕਿਸਮ ਦੇ ਸਿੱਖਾਂ ਦਾ ਰਾਜ ਹੋਊਗਾ? ਉਹ ਰਾੜੇ ਵਾਲਿਆਂ ਦਾ ਹੋਏਗਾ, ਭਿੰਡਰਾਂ ਵਾਲਿਆਂ ਦਾ ਹੋਏਗਾ, ਕਲੇਰਾਂ ਵਾਲਿਆਂ ਦਾ ਹੋਏਗਾ, ਮਸਤੂਆਣੇ ਵਾਲਿਆਂ ਦਾ ਹੋਏਗਾ। ਇਸ ਤਰ੍ਹਾਂ ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ, ਜਦੋਂ ਹਿੰਦੂ ਰਾਸ਼ਟਰ ਵੱਲ ਨੂੰ ਗੱਲ ਵਧੀ ਜਿਵੇਂ ਹੁਣ ਵੱਧ ਰਹੀ ਹੈ, ਇਹ ਤਾਂ ਕਿਸਮਤ ਚੰਗੀ ਕਹਿ ਲਓ, ਜਾਂ ਕੋਰਟਾਂ ਨੇ ਵਿੱਚ ਫੈਸਲਾ ਪਾ ਕੇ, ਜਾਂ ਇਹਨਾਂ ਨੇ ਆਪਣੀ ਚਲਾਕੀ ਨਾਲ ਮੰਦਿਰ ਬਣਵਾ ਲਿਆ। ਬਾਈ ਦਾ ਵੇ ਜਾਂ ਨਾ ਮੰਦਿਰ ਬਣਦਾ, ਇਹ ਇਸ ਕਰਕੇ ਨਹੀਂ ਬਣਵਾਇਆ ਬੀਜੇਪੀ ਨੇ ਮੰਦਿਰ, ਕਿ ਉਹਨਾਂ ਨੂੰ ਮੰਦਿਰ ਚਾਹੀਦਾ ਹੈ। ਉਹ ਇਸ ਕਰਕੇ ਬਣਵਾਇਆ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਲੋਕਾਂ ਨੂੰ ਜਵਾਬ ਦੇਣਾ ਔਖਾ ਹੋ ਜਾਊਗਾ ਵੀ ਤੁਸੀਂ ਤਾਂ ਮੰਦਿਰ ਦਾ ਨਾਰਾ ਲਾ ਕੇ ਆਏ ਸੀ, ਤੁਸੀਂ ਕੀਤਾ ਕੀ ਹੈ? ਸਮਝ ਗਏ ਨਾ? ਯਾਤਰਾ ਕੱਢੀ, ਸਮਝ ਗਏ ਨਾ? ਹੁਣ ਉਹ ਮੰਦਿਰ ਬਣ ਗਿਆ, ਚੰਗਾ ਹੋਇਆ ਬਣ ਗਿਆ, ਲੋਕਾਂ ਨੂੰ ਸੰਤੁਸ਼ਟੀ ਹੋਈ। ਪਰ ਹੁਣ ਦੇਖਣ ਵਾਲੇ ਸਾਰੇ ਲੋਕ ਹੁਣ ਇਹ ਗੱਲ ਕਰਨਗੇ ਵੀ ਮੰਦਿਰ ਤਾਂ ਬਣ ਗਿਆ, ਹੁਣ ਰੋਜੀ ਰੋਟੀ ਦੀ ਗੱਲ ਕਰੀਏ, ਆਪਾਂ ਰੋਟੀ ਦੀ ਗੱਲ ਕਰੀਏ, ਠੀਕ ਹੈ ਨਹੀਂ? ਹੁਣ ਆਰਥਿਕਤਾ ਦੀ ਗੱਲ ਕਰੀਏ, ਖੁਸ਼ਹਾਲੀ ਦੀ ਗੱਲ ਕਰੀਏ। ਜਦੋਂ ਉਧਰ ਗੱਲ ਵਧੂਗੀ ਫਿਰ ਨਵੇਂ ਨਾਰੇ ਲੱਗਣਗੇ, ਫਿਰ ਇਹਨਾਂ ਨੂੰ ਤਕਲੀਫ ਹੋਊਗੀ, ਕਿਉਂਕਿ ਅਸਲ ਵਿੱਚ ਇਹਨਾਂ ਦਾ ਨਾਰਾ ਸੱਤਾ ਹਾਸਲ ਕਰਨਾ ਹੈ, ਜਿਹੜਾ ਉਹ ਹਿੰਦੂ ਰਾਸ਼ਟਰ ਦੇ ਬਲਬੂਤੇ ਤੇ। ਕਈ ਵਾਰੀ ਅਸੀਂ ਕੀ ਕਰਦੇ ਹਾਂ ਨਾ, ਇਹ ਜੇ ਮੈਥੋਂ ਐਗਜ਼ਾਮਪਲ ਗਲਤ ਦਿੱਤੀ ਜਾਵੇ, ਦਰਸ਼ਕ ਮਾਫ ਕਰਨ, ਇਹ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਹੜੀ ਕਿਰਾਏ ਤੇ ਬੱਚਾ ਲੈ ਕੇ ਕੋਈ ਲੇਡੀ ਤੁਹਾਨੂੰ ਦਿਖਾ ਕੇ ਵੀ ਆ ਬੱਚੇ ਤੇ ਤਰਸ ਕਰੋ, ਇਹਨੇ ਰੋਟੀ ਖਾਣੀ ਹੈ, ਤੁਹਾਡੇ ਕੋਲੋਂ ਪੈਸੇ ਗੁਰਾ ਰਹੀ ਹੈ, ਪਰ ਉਹ ਬੱਚਾ ਕਿਰਾਏ ਤੇ ਲਿਆਂਦਾ, ਉਹ ਬੱਚੇ ਤੇ ਉਹ ਤਰਸ ਨਹੀਂ ਕਰ ਰਹੀ। ਸੋ ਇਹ ਰਾਜਨੀਤਿਕ ਪਾਰਟੀਆਂ ਦਾ ਏਦਾਂ ਏਜੰਡਾ ਹੈ। ਇਹ ਉਹ ਮਾਵਾਂ ਨੇ ਮਤਲਬ ਇਹਨਾਂ ਨੇ ਜਿਹੜਾ ਏਜੰਡਾ ਕਿਰਾਏ ਤੇ ਲਿਆ ਹੋਇਆ ਹੈ, ਉਹਦੇ ਤੇ ਇਹਨਾਂ ਨੂੰ ਕਦੇ ਤਰਸ ਨਹੀਂ ਆਉਂਦਾ। ਲੇਕਿਨ ਤੁਹਾਨੂੰ ਕਹਿੰਦੇ ਨੇ ਵੀ ਦੇਖੋ ਜੀ ਤੁਹਾਡਾ ਧਰਮ ਬਚ ਜੂਗਾ, ਆਪਾਂ ਧਰਮ ਦੇ ਨਾਂ ਤੇ ਆਹ ਕਰ ਲਈਏ। ਉਹ ਚਾਹੇ ਸਾਡਾ ਅਕਾਲੀ ਦਲ ਹੋਵੇ, ਚਾਹੇ ਸਾਡੀ ਬੀਜੇਪੀ ਹੋਵੇ, ਚਾਹੇ ਸਾਡੀ ਮੁਸਲਿਮ ਭਰਾਵਾਂ ਦੀਆਂ ਕੋਈ ਪਾਰਟੀਆਂ ਹੋਣ, ਉਹ ਸਾਰਿਆਂ ਨੇ ਏਜੰਡੇ ਦਿਖਾਏ ਇਹ ਨੇ, ਲੇਕਿਨ ਹਿਡਨ ਏਜੰਡਾ ਕੋਈ ਹੋਰ ਹੈ। ਮੈਨੂੰ ਮੋਟੇ ਰੂਪ 'ਚ ਸਮਝ ਆਉਂਦੀ ਹੈ। ਬਿਲਕੁਲ ਹਿਡਨ ਏਜੰਡੇ ਹੋਰ ਨੇ। ਕਈਆਂ ਦਾ ਤਾਂ
ਹਿੰਦੂ ਰਾਸ਼ਟਰ ਨਾ ਹੇਠ ਜਿਵੇਂ ਤੁਸੀਂ ਦੱਸਿਆ ਧਾਲੀਵਾਲ ਸਾਹਿਬ ਕੁਰਸੀ ਦੇ ਏਜੰਡੇ ਨੇ ਸੱਤਾ ਦੇ ਹਾਂ ਏਜੰਡਾ ਸੱਤਾ ਦਾ ਬਿਲਕੁਲ ਹਾਂ ਬਿਲਕੁਲ ਧਾਲੀਵਾਲ ਸਾਹਿਬ ਤੁਸੀਂ ਬੜੇ ਬਾਖੂਬੀ ਤਰੀਕੇ ਦੇ ਨਾਲ ਦਰਸ਼ਕਾਂ ਨੂੰ ਸਮਝਾਇਆ ਤੇ ਦਰਸ਼ਕਾਂ ਦੀ ਗੱਲਾਂ ਜ਼ਰੂਰ ਸਮਝ ਵੀ ਆਉਣਗੀਆਂ ਤੇ ਜੋ ਵੱਡੀਆਂ ਹਕੂਮਤਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਇਸ ਰਾਸ਼ਟਰ ਨੂੰ ਅੱਗੇ ਲੈ ਕੇ ਜਾਣਾ ਜਾਤੀਵਾਦ ਤੌਰ ਤੇ ਹਿੰਦੂਵਾਦ ਤੌਰ ਤੇ ਵੰਡਣਾ ਚਾਹੁੰਦੀਆਂ ਨੇ ਬੜੇ ਬਾਖੂਬੀ ਤਰੀਕੇ ਨਾਲ ਤੁਸੀਂ ਸਮਝਾਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਦਰਸ਼ਕੋ ਸਾਡੇ ਨਾਲ ਬੜੇ ਹੋਏ ਸੀ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ ਜੋ RSS BJP ਲਗਾਤਾਰ ਇਸ ਗੱਲ ਦਾ ਦਾਅਵਾ ਕਰਦੀਆਂ ਨੇ ਕਿ ਅਸੀਂ ਆਉਣ ਵਾਲੇ ਸਾਲ ਤੱਕ ਹਿੰਦੂ ਰਾਸ਼ਟਰ ਬਣਾ ਦਾਂਗੇ। ਇਸ ਅਸੀਂ ਮਸਲੇ ਤੇ ਗੱਲਬਾਤ ਕੀਤੀ ਇਸ ਮੁੱਦੇ ਤੇ ਗੱਲਬਾਤ ਕੀਤੀ ਤੇ ਬੜੇ ਬਾਖੂਬੀ ਤਰੀਕੇ ਦੇ ਨਾਲ ਧਾਲੀਵਾਲ ਸਾਹਿਬ ਨੇ ਤੁਹਾਨੂੰ ਸਮਝਾਇਆ। ਜ਼ਰੂਰ ਤੁਹਾਨੂੰ ਇਹ ਗੱਲਾਂ ਸੋਚਣੀ ਵਿਚਾਰ ਕਰਨੀਆਂ ਪੈਣਗੀਆਂ। ਧਾਲੀਵਾਲ ਸਾਹਿਬ ਨੇ ਜੋ ਜ਼ਿਕਰ ਕੀਤਾ ਕਿ ਅਸਲ ਦੇ ਵਿੱਚ ਇਹ ਗੱਲਾਂ ਹੈ ਵੀ ਨੇ ਜਾਂ ਫਿਰ ਇੱਕ ਭਰਮ ਸਿਰਜ ਕੇ ਸਿਰਫ ਸੱਤਾ ਜਾਂ ਕੁਰਸੀ ਹਥਿਆਣਾ ਇਸ ਤੋਂ ਅੱਗੇ ਹੋਰ ਕੁਝ ਨਹੀਂ। ਤੁਹਾਨੂੰ ਸਾਡਾ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਜ਼ਰੂਰ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸਿਓ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਦੇ। ਧੰਨਵਾਦ।